ਸਾਰੇ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ। ਆਪਾਂ ਪਿਛਲੇ ਲੈਕਚਰ ਦੇ ਵਿੱਚ ਫੰਕਸ਼ਨ ਟੌਪਿਕ ਥੋੜਾ ਬੇਸਿਕ ਸ਼ੁਰੂ ਕੀਤਾ ਸੀ ਇਹਦਾ। ਅੱਜ ਇਹ ਟੌਪਿਕ ਆਪਾਂ ਅੱਗੇ ਕੰਟੀਨਿਊ ਕਰਨਾ ਹੈ। ਇਹ ਟੌਪਿਕ ਜੋ ਆਪਾਂ ਅਲਜੈਬਰਾ ਦਾ ਟੌਪਿਕ ਕਰ ਰਹੇ ਸੀ ਉਹਦੇ ਵਿੱਚ ਇਹ ਲੋਡ ਪੈਣੀ ਆ, ਤਾਂ ਇਹ ਪਹਿਲਾਂ ਕਰਵਾਇਆ ਗਿਆ। ਪਿਛਲੇ ਲੈਕਚਰ ਦੇ ਵਿੱਚ ਆਪਾਂ ਨੇ ਡੋਮੇਨ ਪੜ੍ਹੀ ਸੀ ਥੋੜੀ ਜੀ। ਡੋਮੇਨ ਕੀ ਸੀ, ਥੋੜਾ ਬੇਸਿਕ ਆਈਡੀਆ ਲਿਆ ਸੀ ਆਪਾਂ ਨੇ ਕਿ ਇਹ ਵੈਲਿਊਜ਼ ਹੁੰਦੀਆਂ ਨੇ x ਦੀਆਂ ਜਿਹਦੇ ਵਾਸਤੇ ਫੰਕਸ਼ਨ ਡਿਫਾਈਨ ਹੋਵੇ। ਫੰਕਸ਼ਨ ਡਿਫਾਈਨ ਆਪਾਂ ਮੋਟਾ ਜਿਹਾ ਪੜਿਆ ਸੀਗਾ ਕਿ ਨੀਚੇ ਨਾ 0 ਬਣੇ ਅਤੇ ਨਾ ਆਇਓਟਾ ਬਣੇ। ਨੀਚੇ ਨਾ 0 ਬਣੇ ਨਾ ਆਇਓਟਾ ਬਣੇ, ਤਾਂ ਇਹ ਵੈਲਿਊਜ਼ ਕੁਛ ਇਹਦੇ ਉੱਪਰ ਬੇਸ ਆਪਾਂ ਨੂਮੈਰੀਕਲ ਦੇਖੇ ਸੀਗੇ। ਅੱਜ ਨਵਾਂ ਟੌਪਿਕ ਸ਼ੁਰੂ ਕਰਨਾ ਇਹਦੇ ਵਿੱਚ ਹੀ ਫੰਕਸ਼ਨ ਦਾ ਕਿ ਰੇਂਜ ਕੀ ਹੁੰਦਾ। ਰੇਂਜ ਹੁੰਦਾ ਹੈਗਾ ਇਟ ਇਜ਼ ਦਾ ਵੈਲਿਊਜ਼ ਆਫ fx corresponding to the values of x in domain। ਇਹਦਾ ਮਤਲਬ ਕੀ ਬਣਿਆ, ਐਗਜ਼ਾਮਪਲ ਲੈਣੇ ਆਪਾਂ। ਜਿਵੇਂ ਮੰਨ ਲਓ ਕਿ f of x ਹੈਗਾ ਆਪਣੇ ਕੋਲ x plus 1। ਇਹਦੀ ਆਪਾਂ ਰੇਂਜ ਕੱਢਣੀ ਹੈ। ਰੇਂਜ ਕੀ ਆਊਗੀ, ਪਹਿਲਾਂ ਡੋਮੇਨ ਕੱਢਾਂਗੇ ਆਪਾਂ। ਆਪਾਂ ਲਿਖਾਂਗੇ ਕਿ fx is defined for x belongs to real। ਹਰੇਕ ਵੈਲਿਊ ਵਾਸਤੇ ਫੰਕਸ਼ਨ ਡਿਫਾਈਨ ਹੋਊਗਾ। ਇਹ ਲਾਸਟ ਲੈਕਚਰ ਕਰਿਆ ਸੀ। ਨਾ ਕਦੇ ਨੀਚੇ 0 ਬਣੇਗਾ ਨਾ ਕਦੇ ਆਇਓਟਾ ਬਣੇਗਾ। ਨੀਚੇ 0 ਤਾਂ ਬਣੇਗਾ ਜੇ ਨੀਚੇ x ਹੋਵੇ, ਆਇਓਟਾ ਤਾਂ ਬਣੇਗਾ ਜੇ ਰੂਟ ਹੋਵੇ। ਕੁਛ ਨਹੀਂ ਹੈਗਾ ਤਾਂ ਹਮੇਸ਼ਾ ਜਿਹੜੀ ਮਰਜ਼ੀ ਵੈਲਿਊ ਭਰ ਲਓ, ਫੰਕਸ਼ਨ ਹਮੇਸ਼ਾ ਐਗਜ਼ਿਸਟ ਕਰੇ। ਸੋ ਡੋਮੇਨ ਆ ਗਈ, ਦੇਅਰਫੋਰ ਡੋਮੇਨ ਆਫ f ਇਹ ਬਣ ਗਈ ਆਪਣੇ ਕੋਲ ਰੀਅਲ ਨੰਬਰ। ਹੁਣ ਆਪਾਂ ਫਾਈਂਡ ਕਰਨੀ ਆ ਰੇਂਜ। ਤੇ ਪਹਿਲਾਂ ਆਪਾਂ ਨੇ ਡੋਮੇਨ ਫਾਈਂਡ ਕੀਤੀ ਹੈ। ਦੇਖੋ ਰੇਂਜ ਕੀ ਆ, ਇਹ fx ਦੀਆਂ ਵੈਲਿਊਜ਼ ਹੋਣਗੀਆਂ, ਇਹਦੀਆਂ ਵੈਲਿਊਜ਼ ਹੋਣਗੀਆਂ। ਜੋ ਰੇਂਜ ਹੋਊਗੀ ਉਹ fx ਦੀ ਵੈਲਿਊਜ਼ ਹੋਣਗੀਆਂ। ਹੁਣ fx ਕਿਵੇਂ ਕੱਢਾਂਗੇ, ਲਾਸਟ ਲੈਕਚਰ ਕੀਤਾ ਸੀਗਾ ਕਿ x ਇਹਦੇ ਵਿੱਚ ਇੰਡੀਪੈਂਡੈਂਟ ਵੇਰੀਏਬਲ ਆ, f of x ਜਾਂ y ਕੀ ਹੈਗਾ ਆਪਣੇ ਕੋਲ ਡਿਪੈਂਡੈਂਟ ਵੇਰੀਏਬਲ। ਮਤਲਬ x ਭਰਾਂਗੇ ਤਾਂ y ਜਾਂ fx ਨਿਕਲੇਗਾ। ਹੁਣ ਜਿਹੜੀਆਂ x ਦੀਆਂ ਵੈਲਿਊ ਭਰ ਕੇ fx ਦੇ ਆਨਸਰ ਆਉਣਗੇ ਉਹ ਸਾਰੇ fx ਦੇ ਆਨਸਰ ਨੂੰ ਆਪਾਂ ਰੇਂਜ ਕਹਾਂਗੇ। ਹੁਣ x ਇਦਾਂ ਨਹੀਂ ਕਿ ਜੋ ਮਰਜ਼ੀ ਭਰ ਦੋ, x ਭਰਨਾ ਆਪਾਂ ਜੋ ਡੋਮੇਨ ਦੇ ਵਿੱਚ, ਡੋਮੇਨ ਵਾਲੀ ਵੈਲਿਊ ਭਰਨੀ ਆ ਆਪਾਂ ਇਹਦੇ ਵਿੱਚ। ਦੇਖੋ ਡੋਮੇਨ ਦੇ ਵਿੱਚ ਕੀ ਹੈ, ਇਹ ਰੀਅਲ ਨੰਬਰ ਆ। ਮੈਂ ਜਿਹੜੀ ਮਰਜ਼ੀ ਵੈਲਿਊ ਭਰ ਸਕਦੇ ਆਪਾਂ, ਡੋਮੇਨ ਰੀਅਲ ਨੰਬਰ ਆ। ਜੇ ਡੋਮੇਨ ਹੁੰਦਾ x not equal to -1, ਜੇ ਡੋਮੇਨ ਇਹ ਹੁੰਦਾ ਤਾਂ ਇਹ ਵੈਲਿਊ ਨਹੀਂ ਭਰਨੀ ਸੀ ਆਪਾਂ ਇਹਦੇ ਵਿੱਚ। fx ਦੀ ਵੈਲਿਊ ਦੇਖਾਂਗੇ ਕਿਹਦੇ ਕੋਰਸਪੋਂਡਿੰਗ ਵੈਲਿਊ ਆਫ x ਇਨ ਡੋਮੇਨ। ਜੋ ਡੋਮੇਨ ਦੇ ਵਿੱਚ x ਆ ਰਿਹਾ ਇਹ ਵੈਲਿਊ ਚੱਕ ਕੇ ਸਾਰੀਆਂ ਆਪਾਂ ਇਹਦੇ ਵਿੱਚ ਭਰਨੀਆਂ ਨੇ। ਜੋ fx ਦੇ ਆਨਸਰ ਆਉਣਗੇ ਉਹਨਾਂ ਨੂੰ ਆਪਾਂ ਰੇਂਜ ਕਹਾਂਗੇ। ਆ ਸਿੰਪਲ ਜਿਹਾ ਕਨਸੈਪਟ ਹੈ ਇਹਦੇ ਵਿੱਚ। ਫਿਰ ਰੇਂਜ ਕੀ ਹੋਊਗਾ ਆਪਣੇ ਕੋਲ, ਡੋਮੇਨ ਰੀਅਲ ਨੰਬਰ, ਜਿਹੜੀ ਮਰਜ਼ੀ ਵੈਲਿਊ ਭਰ ਦਿਓ ਇਹਦੇ ਵਿੱਚ x ਦੇ ਵਿੱਚ, ਜਿਹੜੀ ਮਰਜ਼ੀ ਵੈਲਿਊ ਭਰ ਲਓ x ਦੇ ਵਿੱਚ। fx ਆਨਸਰ ਕੀ ਆਊਗਾ, ਜੇ ਆਪਾਂ -1 ਭਰਾਂਗੇ, ਦੇਖਿਓ -1 ਵੈਲਿਊ ਭਰੀ ਆਪਾਂ ਨੇ, 0 ਹੋ ਜਾਏਗਾ, fx ਆਨਸਰ 0 ਵੀ ਆ ਸਕਦਾ। ਜੇ -2 ਭਰਾਂਗੇ ਫਿਰ -1 ਆ ਜਾਏਗਾ, fx ਆਨਸਰ ਨੈਗੇਟਿਵ ਵੀ ਆ ਸਕਦਾ। ਜੇ 1 ਭਰਿਆ ਆਪਾਂ ਨੇ ਫਿਰ 2 ਆ ਜਾਏਗਾ। ਮਤਲਬ ਨੈਗੇਟਿਵ, ਪੋਜ਼ਿਟਿਵ, 0 ਸਾਰੇ ਆਨਸਰ ਆ ਰਹੇ ਨੇ। ਇਹਦੇ ਵੀ ਸਾਰੇ ਆਨਸਰ ਆਣਗੇ। ਸਾਰੇ ਆਨਸਰ ਆਣ ਕਰਕੇ ਆਪਾਂ ਕਹਾਂਗੇ ਰੇਂਜ ਆਫ f ਇਹ ਰੀਅਲ ਨੰਬਰ ਹੋਊਗੀ। ਰੇਂਜ ਆਫ f ਜੋ ਹੈ ਉਹ ਰੀਅਲ ਨੰਬਰ ਹੋਏਗੀ। ਆਪਾਂ ਇੱਕ ਪ੍ਰੋਪਰ ਮੈਥਡ ਵੀ ਕਰਨਾ ਕਿ ਰੇਂਜ ਕਿਸ ਤਰੀਕੇ ਨਾਲ ਫਾਈਂਡ ਕਰੀ ਜਾਂਦੀ ਹੈ। ਪਰ ਥੋੜਾ ਜਿਹਾ ਆਪਾਂ ਆਈਡੀਆ ਲੈ ਲਈਏ ਕਿ ਰੇਂਜ ਹੁੰਦੀ ਕੀ ਹੈ। ਇੱਕ ਕੁਐਸਚਨ ਹੋਰ ਦੇਖਦੇ ਹਾਂ ਆਪਾਂ। ਇਹ ਹੈਗਾ ਜੀ fx equals to x square ਲੈ ਲਓ। ਪਹਿਲਾਂ ਡੋਮੇਨ ਕੱਢਦੇ ਹਾਂ ਆਪਾਂ ਇਹਦੀ। ਡੋਮੇਨ ਹੈਡਿੰਗ ਪਾ ਲਈ। fx is defined for
ना नीचे x आ कदे 0 नहीं बनना हैगा, ना इच रूट आ ना आयोटा बनना हैगा। तो fx इज डिफाइंड फॉर x बिलोंग्स टू रियल, therefore डोमेन ऑफ f की आ गई अपने को रियल नंबर आ गई। हुण रेंज कढनी है आपां ने, ये सारे x के आंसर चक के आप इह भरने ने, ये सारे वैल्यू x दियां आपां इहदे विच भरनियां ने। फिर देखना कि fx आंसर की आऊगा, जो fx के आंसर आउणगे उसनूं आपां रेंज कहांगे। तो देखो जी ਇਹਦੇ ਵਿੱਚ वैल्यू भरी ਆਪਾਂ ने, x ਨੂੰ जो मर्जी भर लो, नैगेटिव पॉजिटिव 0, ਸਕੇਅਰ ਦਾ ਆਨਸਰ ਕਦੇ ਵੀ ਨੈਗੇਟਿਵ ਨਹੀਂ ਆ ਸਕਦਾ। ਇਹ ਗੱਲਾਂ ਧਿਆਨ ਹੋਣਗੀਆਂ। ਸਕੇਅਰ ਦਾ ਆਨਸਰ ਇਹ ਆਊਗਾ, ਨੈਗੇਟਿਵ ਨਹੀਂ ਕਦੇ ਆ ਸਕਦਾ। ਇਹਨੂੰ ਕਹਿੰਦੇ ਹੁੰਦੇ ਆਪਾਂ ਨॉन ਨੈਗੇਟਿਵ, ਇਹ ਵਰਡ ਹੁੰਦਾ ਨॉन ਨੈਗੇਟਿਵ। ਤੇ ਜਿਹੜਾ ਆਹ ਚੀਜ਼ ਹੁੰਦੀ ਹੈਗੀ ਆ ਇਹਨੂੰ ਕਹਿੰਦੇ ਆਪਾਂ ਪੋਜ਼ਿਟਿਵ, ਇਹ ਪੋਜ਼ਿਟਿਵ ਹੁੰਦਾ। ਧਿਆਨ ਰੱਖਣਾ ਨੰਬਰ 3 ਪ੍ਰਕਾਰ ਦੇ ਹੁੰਦੇ ਨੇ, 3 ਤਰ੍ਹਾਂ ਦੇ ਨੰਬਰ ਹੁੰਦੇ ਨੇ ਜੀ। ਇੱਕ ਤਾਂ ਨੈਗੇਟਿਵ ਹੋ ਗਿਆ ਇਧਰਲੇ ਪਾਸੇ, ਸੈਂਟਰ 0 ਆ ਗਿਆ, ਇਧਰ ਪੋਜ਼ਿਟਿਵ। ਸਕੇਅਰ ਦਾ ਆਨਸਰ 0 ਵੀ ਆ ਸਕਦਾ, 0 ਵੀ ਆ ਸਕਦਾ, ਪੋਜ਼ਿਟਿਵ। 0 ਕਦੋਂ ਆਏਗਾ? ਜੇ ਆਪਾਂ ਇਹਦੇ ਵਿੱਚ 0 ਭਰਾਂਗੇ। ਉਹ ਸਕੇਅਰ ਦਾ ਆਨਸਰ ਪੋਜ਼ਿਟਿਵ ਵੀ ਆ ਸਕਦਾ, 0 ਵੀ ਆ ਸਕਦਾ। ਤਾਂ ਇਹਨੂੰ ਇਦਾਂ ਨਹੀਂ ਕਹਿਣਾ ਕਿ ਸਕੇਅਰ ਹਮੇਸ਼ਾ ਪੋਜ਼ਿਟਿਵ ਹੁੰਦਾ। ਪੋਜ਼ਿਟਿਵ ਦਾ ਮੀਨਿੰਗ ਤਾਂ ਆ ਬਣ ਜਾਏਗਾ, पॉजिटिव का मीनिंग तो सिर्फ ये बन जाएगा कि यह मतलब बन गया कि एक्स स्क्वायर 0 नहीं हो सकता, 0 हो सकता। तो यह प्रॉपर मीनिंग होंदा, प्रॉपर नाम होंदा कि एक्स स्क्वायर इज नॉन नेगेटिव। ये नॉन नेगेटिव है, जेड़ी मर्जी वैल्यू भर ली आपां। डोमेन जो है ये सारी डोमेन आप इहदे विच भरी, जो एफ एक्स के आंसर आउणगे उसनूं आपां रेंज कहांगे। ये देखिया आपां ने कि एफ एक्स का आंसर की आऊगा, ਇਹ ਹਮੇਸ਼ਾ ਗ੍ਰੇਟਰ ਦੈਨ ਔਰ ਇਕੁਅਲ ਟੂ 0 ਹੋਏਗਾ। ਸਕੇਅਰ ਦਾ ਆਨਸਰ ਨॉन ਨੈਗੇਟਿਵ ਹੁੰਦਾ, ਪੋਜ਼ਿਟਿਵ ਵੀ ਆ ਸਕਦਾ, 0 ਵੀ ਆ ਸਕਦਾ। ਹੁਣ ਜੋ ਸਾਰੇ fx ਦੇ ਆਨਸਰ ਹੋਣਗੇ ਉਹਨੂੰ ਆਪਾਂ ਰੇਂਜ ਕਹਾਂਗੇ। ਤਾਂ ਰੇਂਜ ਕੀ ਹੋਗੀ ਇਸ ਕੇਸ 0 ਟੂ ਇਨਫਿਨਿਟੀ। 0 ਆਪਾਂ ਲੈਣਾ, ਇਨਫਿਨਿਟੀ ਆਪਾਂ ਨਹੀਂ ਲੈਣਾ। ਇਹ ਆਪਣੇ ਰੇਂਜ ਦੇ ਆਨਸਰ ਆ। बट डायरेक्ट वैल्यू भरनी है अपने, डायरेक्ट वैल्यू भर के देखना आंसर की आ रहा है। जिमें एक क्वेश्चन होर, ये सारे क्वेश्चन आप दोबारा भी एक होर तरीके नाल करांगे, वो भी देखना। एक तरीका एक क्वेश्चन होर देख लेने आप, एफ एक्स इक्वल टू 1 अपॉन एक्स प्लस 1, 1 अपॉन एक्स प्लस 1। ये डोमेन कढ़नी है पहला आपने, ये पहला किया है कि एफ एक्स इज डिफाइंड, एफ एक्स इज डिफाइंड फॉर एक्स प्लस 1। ये ध्यान चूगा, नॉट इक्वल टू 0 चाहिए, नीचे 0 आप नहीं होने देना। इथों की आ जाएगा एक्स नॉट इक्वल टू -1। तो डोमेन ये इदां आ जाएगी, सारे वैल्यूज लेनिया ने, ਉਹਦੇ ਵਿੱਚ ਆਪਾਂ ने -1 नहीं लेना। ਹੁਣ ਰੇਂਜ ਕੱਢਣੀ ਆ ਆਪਾਂ ਨੇ ਜੀ। ਰੇਂਜ ਕੱਢੀ, ਹੁਣ ਇਹ ਸਾਰੀਆਂ ਵੈਲਿਊਜ਼ ਇਹਦੇ ਚ ਭਰਨੀਆਂ ਨੇ। ਹੁਣ ਇਹ ਥੋੜਾ ਜਿਹਾ ਸੋਚਣਾ ਔਖਾ ਲੱਗੇਗਾ। -1 ਨਹੀਂ ਭਰਨੀ ਵੈਲਿਊ, ਲੱਗ ਵੀ ਰਿਹਾ ਕਿ -1 ਕਿਉਂ ਨਹੀਂ ਭਰਨੀ, ਕਿਉਂਕਿ -1 ਭਰਾਂਗੇ ਫਿਰ ਆਂਸਰ ਕੀ ਬਣ ਜਾਏਗਾ, ਇਨਫਿਨਿਟੀ ਹੋ ਜਾਊਗਾ ਆਂਸਰ, ਡਿਫਾਈਨ ਨਹੀਂ ਹੋਣਾ, ਨਿਕਲਣਾ ਨਹੀਂ ਹੈ। ਤਾਂ ਅੰਡਰਸਟੂਡ ਹੈ ਕਿ ਆਪਾਂ ਡੋਮੇਨ ਹੀ ਭਰਦੇ ਹੁੰਦੇ ਆ ਇਹਦੇ ਵਿੱਚ। चलो -1 नहीं भरनी वैल्यू, बाकी सारे वैल्यूज भरनियां ने। हुण ये सोचना थोड़ा औखा लगेगा कि आंसर की है। वैसे दिमाग लग रहा होगा आंसर नैगेटिव भी आ सकता, पॉजिटिव भी आ सकता, 0 नहीं आ सकता आंसर। जिहड़ी मर्जी वैल्यू भर लो, ये कदे ओवरऑल 0 नहीं बन सकता। चलो हुण ये थोड़ा जिहा देखना औखा लगदा, इहदे वास्ते एक तरीका बनाउण लगे आपां। डायरेक्ट भी अपनाना चाहिए, डायरेक्ट किया हैगा। एक इन्ना बाकी सारे क्वेश्चन एक मैथड बनाउण लगे हैं जिन्ना आपां नूं प्रॉपर चंगी तरह समझ आ जाएगी रेंज किदां आऊगी।
ਵੈਸੇ ਤੁਹਾਨੂੰ ਗੱਲ ਸਮਝ ਵੀ ਆ ਰਹੀ ਹੋਊਗੀ ਇਹ 0 ਕਿਉਂ ਨਹੀਂ ਬਣ ਸਕਦਾ ਕਦੇ ਵੀ। 1 ਨੂੰ ਕਿਸੇ ਮਰਜ਼ੀ ਨੰਬਰ ਨਾਲ ਡਿਵਾਈਡ ਕਰ ਲਓ 0 ਨਹੀਂ ਬਣਨਾ। ਹੁਣ ਤੁਸੀਂ ਕਹੋਗੇ ਇਨਫਿਨਿਟੀ ਲੈ ਲਈ ਆਪਾਂ ਫਿਰ ਤਾਂ 0 ਬਣ ਜਾਏਗਾ, ਕਿ ਇਨਫਿਨਿਟੀ ਆਪਾਂ ਲੈ ਸਕਦੇ ਹਾਂ, ਹੁੰਦਾ 0 ਇਹ 1 upon infinity ਦਾ ਕਹਿੰਦੇ ਤਾਂ ਆਪਾਂ 0 ਆ ਕਿ 1 upon infinity 0 ਹੁੰਦਾ। ਪਰ ਤੁਸੀਂ ਦੱਸੋ x ਦੀ ਵੈਲਿਊ ਆਪਾਂ ਇਹਦੇ ਚ ਕਿਹੜੀ ਭਰਾਂਗੇ? ਜਿਵੇਂ ਵੈਲਿਊ ਕਿਹੜੀ ਭਰਨੀ ਹੁੰਦੀ ਹੈ x ਦੀ? ਰੀਅਲ ਨੰਬਰ ਭਰਨੇ ਨੇ ਆਪਾਂ ਨੇ। ਧਿਆਨ ਰੱਖੋ ਰੀਅਲ ਨੰਬਰ ਆਪਾਂ ਲਾਸਟ ਲੈਕਚਰ ਦੱਸਿਆ ਸੀਗਾ ਕਿ ਇਹ ਮਾਈਨਸ ਇਨਫਿਨਿਟੀ ਤੋਂ ਇਨਫਿਨਿਟੀ ਹੁੰਦਾ, ਓਪਨ ਬ੍ਰੈਕਟ ਹੁੰਦੀ ਹੈ, ਇਨਫਿਨਿਟੀ ਨਹੀਂ ਲੈਣਾ। ਕਿ ਇਨਫਿਨਿਟੀ ਰੀਅਲ ਚ ਹੁੰਦਾ? ਜਿਵੇਂ 100 ਆ ਇਹ ਰੀਅਲ ਚ ਹੁੰਦਾ, 1 2 3 4 500 ਤੱਕ ਪਹੁੰਚ ਜਾਗੇ ਆਪਾਂ। ਕਿ ਇਨਫਿਨਿਟੀ ਤੱਕ ਪਹੁੰਚ ਸਕਦੇ ਆ ਆਪਾਂ ਰੀਅਲ ਦੇ ਵਿੱਚ? ਮਤਲਬ ਇਨਫਿਨਿਟੀ ਕੀ ਕਿਹਾ ਆਪਾਂ ਨੇ? ਸਭ ਤੋਂ ਵੱਡਾ ਨੰਬਰ 1 0 0 0 0 0 0 ਪਾਈ ਜਾਓ ਪਾਈ ਜਾਓ ਪਾਈ ਜਾਓ। ਇਹ ਸਭ ਤੋਂ ਵੱਡਾ ਨੰਬਰ ਆਪਾਂ ਰੀਅਲ ਚ ਫਾਈਂਡ ਕਰ ਸਕਦੇ ਹਾਂ? ਨਹੀਂ ਫਾਈਂਡ ਕਰ ਸਕਦੇ। ਇਸ ਕਰਕੇ ਰੀਅਲ ਚ ਨਹੀਂ ਹੁੰਦਾ ਨੰਬਰ ਇਹ। ਆਪਾਂ ਵੈਲਿਊਜ਼ ਕਿਹੜੀਆਂ ਭਰਨੀਆਂ? ਔਰ ਰੀਅਲ ਵੈਲਿਊਜ਼ ਭਰਨੀਆਂ ਨੇ, ਇਨਫਿਨਿਟੀ ਨਹੀਂ ਭਰਨਾ ਆਪਾਂ। ਇਸ ਕਰਕੇ ਜਿਹੜੀ ਮਰਜ਼ੀ ਵੈਲਿਊ ਭਰ ਲਓ ਇਹਦੇ ਵਿੱਚ ਰੀਅਲ, ਇਹ ਕਦੇ ਵੀ 1 upon ਕਰੋਗੇ 0 ਨਹੀਂ ਕਦੇ ਬਣਨਾ ਹੈਗਾ। ਤੋ ਸਿੱਧਾ ਹੀ ਵੈਸੇ ਆਉਣਾ ਚਾਹੀਦਾ ਹੈਗਾ। ਹੁਣ ਪ੍ਰੋਪਰ ਤਰੀਕਾ ਬਣਾਉਣ ਲੱਗੇ ਆਪਾਂ, ਉਹਦੇ ਨਾਲ ਆਪਾਂ ਨੂੰ ਪ੍ਰੋਪਰ ਹੈਲਪ ਹੋ ਜਾਏਗੀ, ਉਹਦੇ ਨਾਲ ਕਾਫੀ ਕੁਐਸਚਨ ਸੋਲਵ ਹੋਣਗੇ। ਉਹ ਤਰੀਕਾ ਕਰ ਰਹੇ ਆਪਾਂ ਕਿ ਕੁਐਸਚਨ ਕਿਵੇਂ ਸੋਲਵ ਕਰਨੇ, ਮੈਥਡ ਕਰ ਰਹੇ ਜੀ। ਇਹਦੇ ਉੱਪਰ ਆਨੇ ਆ ਬਾਅਦ ਚੋਂ ਆਪਾਂ। ਉਹ ਤਰੀਕਾ ਹੈ ਕਿ ਪਹਿਲਾ ਕੁਐਸਚਨ ਕੀਤਾ ਸੀ ਆਪਾਂ, ਉਹ ਕਰਦੇ ਹਾਂ। ਫਸਟ ਕੁਐਸਚਨ ਸੀ ਜਿਹੜਾ ਹੁਣ ਕਰਵਾਇਆ ਜੀ, ਉਹ fx = x + 1। ਰੇਂਜ ਕਿਵੇਂ ਕੱਢਣੀ ਆ? ਕੱਲੀ ਰੇਂਜ ਕੱਢ ਰਹੇ ਜੀ। ਪੁੱਟ ਕਰਨਾ ਹੈਗਾ ਆਪਾਂ ਨੇ fx = y, fx ਨੂੰ y ਮੰਨਣਾ ਪਹਿਲਾਂ, ਤਰੀਕਾ ਧਿਆਨ ਰੱਖੋ। ਤੇ y ਕਿੰਨਾ ਆ ਗਿਆ ਇੱਥੋਂ? x + 1। ਇੱਥੋਂ ਆਪਾਂ ਨੇ ਹਮੇਸ਼ਾ x in terms of y ਕੱਢਣਾ, ਇਹ ਗੱਲ ਧਿਆਨ ਰੱਖਣੀ ਹੈ। ਰੇਂਜ ਵਾਸਤੇ ਗੱਲ ਕਰ ਰਹੇ ਆ ਆਪਾਂ ਨੇ, x ਨੂੰ in terms of y ਕੱਢਣਾ, x ਦੀ ਵੈਲਿਊ ਕੱਢਣੀ ਆਪਾਂ ਇੱਥੋਂ। ਫਿਰ ਅੱਗੇ ਪੁਰਾਣਾ ਕਨਸੈਪਟ ਲਾਉਣਾ, ਜੋ fx ਦੇ ਆਨਸਰ ਹੋਣਗੇ ਉਹਨਾਂ ਨੂੰ ਰੇਂਜ ਕਿਹਾ ਆਪਾਂ ਨੇ। fx ਤੇ y ਤਾਂ ਇਕੁਅਲ ਨੇ, ਜੋ y ਦੇ ਆਨਸਰ ਹੋਣਗੇ ਉਹ ਰੇਂਜ ਹੋਊਗੀ। fx ਤੇ y ਸੇਮ ਚੀਜ਼ ਹੈ। ਹੁਣ ਆਪਾਂ ਨੇ ਇਦਾਂ x ਕੱਢ ਕੇ ਫਿਰ ਉਹੀ ਕਨਸੈਪਟ ਲਾਉਣਾ ਹੈਗਾ ਜਿਵੇਂ ਆਪਾਂ ਡੋਮੇਨ ਚ ਲਾਇਆ ਸੀ। ਡੋਮੇਨ ਚ ਮਤਲਬ ਉਰੇ ਮੈਂ y ਦੀ ਕਿਹੜੀ ਵੈਲਿਊ ਭਰਾਂ, ਇਹਦੇ ਵਿੱਚ y ਦੀ ਵੈਲਿਊ ਕਿਹੜੀ ਭਰਾਂ ਕਿ ਆਨਸਰ x ਦਾ ਹਮੇਸ਼ਾ ਡਿਫਾਈਨ ਹੋਵੇ। ਉਵੇਂ ਹੀ ਹੈ ਜੀ, ਡਿਫਾਈਨ ਕਰਨਾ ਆਪਾਂ x ਨੂੰ ਹਮੇਸ਼ਾ, ਨਾ ਨੀਚੇ 0 ਹੋਣਾ ਚਾਹੀਦਾ ਨਾ ਆਇਓਟਾ ਬਣਨਾ ਚਾਹੀਦਾ। ਜਿਹੜੀ ਮਰਜ਼ੀ ਵੈਲਿਊ ਭਰ ਲਵੋ ਇੱਥੇ, ਨਾ ਕਦੇ ਇਹ 0 ਬਣੇਗਾ ਨਾ ਕਦੇ ਆਇਓਟਾ ਬਣੇਗਾ, ਤਾਂ y ਨੂੰ ਆਪਾਂ ਜੋ ਮਰਜ਼ੀ ਭਰ ਸਕਦੇ ਹਾਂ। ਜੋ y ਦਾ ਆਨਸਰ ਆ ਗਿਆ ਉਹ fx ਦਾ ਆਨਸਰ ਬਰਾਬਰ ਨੇ, ਤੇ fx ਦੇ ਆਨਸਰ ਨੂੰ ਕੀ ਕਿਹਾ ਆਪਾਂ ਨੇ? ਰੇਂਜ। ਤਾਂ ਇਸ ਕੇਸ ਚ ਰੇਂਜ ਕੀ ਆ ਗਈ? ਰੀਅਲ ਨੰਬਰ। ਇੱਕ ਕੁਐਸਚਨ ਹੋਰ ਦੇਖਣਾ ਇਹਦੇ ਨਾਲ ਦਾ, ਆਹ ਕੁਐਸਚਨ ਕਰਵਾਇਆ, ਦੇਖਦੇ ਹਾਂ ਆਪਾਂ। ਇੱਧਰ ਕਰ ਰਹੇ ਹਾਂ ਜੀ। ਇਹਦੇ ਵਿੱਚ ਆਪਣੇ ਕੋਲ fx = x², ਪੁੱਟ ਕਰ ਲਿਆ y, fx ਨੂੰ y ਪੁੱਟ ਕਰ ਲਿਆ, ਨੂੰ y ਮੰਨ ਲਿਆ ਆਪਾਂ ਨੇ। therefore ਕੀ ਆ ਗਿਆ? y = x²। ਇੱਥੋਂ x ਦੀ ਵੈਲਿਊ ਕੱਢਣੀ ਹੈ ਹਮੇਸ਼ਾ, ਤਾਂ x ਕਿੰਨਾ ਆ ਗਿਆ? ±√y। ਉਵੇਂ ਹੈ ਜੀ। ਹੁਣ x ਕੱਢਣ ਤੋਂ ਬਾਅਦ ਜਿਹੜਾ ਆ ਇੱਧਰ ਬਣ ਗਈ ਟਰਮ, ਇਹ ਉਦੋਂ ਹੀ ਕਨਸੈਪਟ ਆਉਣਾ ਜਿਵੇਂ ਆਪਾਂ ਡੋਮੇਨ ਚਲਾਉਂਦੇ ਸੀਗੇ ਕਿ ਕਿਹੜੀ ਵੈਲਿਊ ਭਰਾਂ ਉਰੇ y ਦੀ ਕਿ ਇਹ x ਡਿਫਾਈਨ ਹੋਵੇ। ਸਿੱਧਾ ਲਿਖਣਾ ਆਪਾਂ ਨੇ, ਨਾ ਨੀਚੇ 0 ਹੋਣਾ ਚਾਹੀਦਾ ਨਾ ਆਇਓਟਾ ਹੋਣਾ ਚਾਹੀਦਾ, ਆਇਓਟਾ ਬਣ ਸਕਦਾ ਜੀ। therefore y ਕੀ ਹੋਊਗਾ ਪੱਕਾ ਇਸ ਕੇਸ ਚ? ਪੋਜ਼ਿਟਿਵ ਹੋ ਸਕਦਾ, ਕਿਉਂ? ਆਇਓਟਾ ਨਹੀਂ ਬਣਾਉਣਾ ਆਪਾਂ ਨੇ। ਪੋਜ਼ਿਟਿਵ ਦਾ ਰੂਟ ਆਇਓਟਾ ਨਹੀਂ ਹੁੰਦਾ। 0 ਵੀ ਹੋ ਸਕਦਾ, ਜੇ 0 ਹੋ ਗਿਆ ਤਾਂ 0 ਦਾ ਰੂਟ ਕਿੰਨਾ ਬਣ ਜਾਏਗਾ? 0 ਬਣ ਜਾਏਗਾ। ਤਾਂ ਇਹ ਵੈਲਿਊਜ਼ ਵਾਸਤੇ x ਕੀ ਹੋਊਗਾ? ਪੱਕਾ ਡਿਫਾਈਨ ਹੋਊਗਾ। ਇਹ ਵੈਲਿਊਜ਼ ਕਿਹਦੀਆਂ ਆਈਆਂ ਨੇ? y ਦੀਆਂ। y ਤੇ fx ਇੱਕੋ ਚੀਜ਼ ਆ, ਤਾਂ ਆ ਕੀ ਬਣ ਗਿਆ ਆਪਣੇ ਕੋਲ? ਰੇਂਜ। ਤਾਂ ਇਸ ਕੇਸ ਰੇਂਜ ਕੀ ਆ ਗਿਆ? 0 to infinity। ਇਹ ਦੋਹੇ ਤਰੀਕੇ ਆਪਾਂ ਨੂੰ ਵੈਸੇ ਆਉਣੇ ਚਾਹੀਦੇ ਨੇ। ਇੱਕ ਤਾਂ ਡਾਇਰੈਕਟ ਕੱਢਿਆ ਜੀ, ਕਿਤੇ ਇਹ ਹੈਲਪਫੁਲ ਹੁੰਦਾ ਮੈਥਡ y ਮੰਨ ਕੇ, ਕਿਤੇ ਆਹ ਤਰੀਕਾ ਹੈਲਪਫੁਲ ਹੁੰਦਾ। ਹਰੇਕ ਮੈਥਡ ਦੀ ਆਪਣੀ ਆਪਣੀ ਇੰਪੋਰਟੈਂਸ ਆ।
ਹੁਣ ਇਹ ਦੇਖੋ ਕਿ ਇਹ ਚ ਲੱਗ ਰਿਹਾ ਸੀ ਆਪਾਂ ਨੂੰ ਕਿ ਤੁਹਾਨੂੰ ਇਹ ਕਿਹਾ ਕਿ ਆਂਸਰ fx ਦਾ ਜੋ ਮਰਜ਼ੀ ਆ ਸਕਦਾ, ਜ਼ੀਰੋ ਨਹੀਂ ਆ ਸਕਦਾ। ਜ਼ੀਰੋ ਕਿਉਂ ਨਹੀਂ ਆ ਸਕਦਾ? ਉੱਪਰ 1 ਨੀਚੇ ਇਨਫਿਨਿਟੀ ਭਰਾਂਗੇ ਤਾਂ ਜ਼ੀਰੋ ਬਣੂਗਾ fx ਦਾ ਆਂਸਰ। ਇਨਫਿਨਿਟੀ ਆਪਾਂ ਨਹੀਂ ਭਰ ਸਕਦੇ ਬਿਕੋਜ਼ ਇਨਫਿਨਿਟੀ ਰੀਅਲ ਨੰਬਰ ਨਹੀਂ ਹੈਗਾ। ਤਾਂ ਫਿਰ ਰੇਂਜ ਕੀ ਆਊਗੀ ਇਹਦੀ? ਜੇ ਆਲਰੇਡੀ ਕਰੀਏ ਸਾਰੇ ਨੰਬਰ ਆਣਗੇ, ਨੈਗੇਟਿਵ ਆਂਸਰ ਵੀ ਆ ਸਕਦਾ, ਪੋਜ਼ਿਟਿਵ ਵੀ ਆ ਸਕਦਾ, ਪਰ ਜ਼ੀਰੋ ਨਹੀਂ ਆਊਗਾ। ਆ ਸਿੱਧੀ ਰੇਂਜ, ਇਹ ਰੇਂਜ ਕਰੀ ਆਪਾਂ। ਹੁਣ ਜੇ ਇਦਾਂ ਔਖਾ ਲੱਗ ਰਿਹਾ ਹੈਗਾ ਤਾਂ ਆਹ ਵਾਲਾ ਮੈਥਡ ਯੂਜ਼ ਕਰਦੇ ਆ ਆਪਾਂ, ਇਕੁਅਲ ਟੂ y ਮੰਨ ਕੇ, ਇਕੁਅਲ ਟੂ y ਮੰਨ ਕੇ ਸੋਲਵ ਕਰਦੇ ਆ। ਉਹ ਦੇਖੋ ਇਹ ਬੇਸਿਕ ਕਨਸੈਪਟ ਕਰ ਰਹੇ ਆ ਆਪਾਂ ਤਾਂ ਜੋ ਤੁਹਾਨੂੰ ਆਈਡੀਆ ਹੋ ਜਾਏ ਕਿ ਡੋਮੇਨ ਰੇਂਜ ਕੀ ਹੁੰਦੀ ਆ ਤੇ ਕਿਵੇਂ ਕੱਢਣੀ ਹੁੰਦੀ ਆ। ਜੇ ਜ਼ਿਆਦਾ ਡਿਟੇਲ 'ਚ ਪੜ੍ਹਨਾ ਹੋਵੇ ਜੀ ਇਹਦੇ ਵਾਸਤੇ +1 ਦੀ ਬੁੱਕ 'ਚੋਂ ਤੁਸੀਂ ਸੋਲਵ ਕਰ ਸਕਦੇ ਕੁਐਸਚਨ। ਉਹ 'ਚ ਕਾਫੀ ਡਿਟੇਲ 'ਚ ਕੁਐਸਚਨ ਨੇ, ਜਿੰਨੀ ਕਿ ਆਪਾਂ ਲੋੜ ਹੈਗੀ ਆ ਇਸ ਅਲਜੈਬਰਾ ਟੌਪਿਕ ਵਾਸਤੇ ਉਹਨਾਂ ਕਰ ਰਹੇ ਆਪਾਂ। ਸੋ ਦੇਖੋ ਔਰ ਪਾ ਕੇ ਸੈਕੰਡ ਤਰੀਕੇ ਨਾਲ ਕਰ ਰਹੇ ਆ ਆਪਾਂ। fx ਜੋ ਹੈਗਾ ਸੀਗਾ ਉਹ ਸੀ 1/x+1। ਇਹਨੂੰ ਪੁੱਟ ਕਰ ਲਿਆ ਆਪਾਂ ਨੇ fx ਨੂੰ y, therefore y ਬਣ ਗਿਆ 1/x+1। ਇਹ ਚੋਂ x ਕੱਢਣਾ ਆਪਾਂ ਨੇ in terms of y, ਕ੍ਰਾਸ ਮਲਟੀਪਲਾਈ ਕਰ ਲਓ x+1, y = 1। ਇੱਥੋਂ x+1 ਕਿੰਨਾ ਆ ਗਿਆ ਜੀ 1/y, ਇੱਥੋਂ x ਕਿੰਨਾ ਆ ਗਿਆ 1/y - 1, 1 - y/y। x ਦੀ ਵੈਲਿਊ ਕੱਢਣੀ in terms of y। ਜਦੋਂ ਆਪਣਾ x in terms of y ਆ ਗਿਆ ਫਿਰ ਉਹੀ ਕਨਸੈਪਟ ਲਾਣਾ ਆਪਾਂ ਡੋਮੇਨ। ਹੁਣ ਇਹ ਚੀਜ਼ ਡਿਫਾਈਨ ਕਦੋਂ ਹੋਊਗੀ? ਆਇਓਟਾ ਨਹੀਂ ਬਣ ਸਕਦਾ ਕਦੇ ਵੀ। ਆਇਓਟਾ ਕਿਉਂ ਨਹੀਂ ਬਣ ਸਕਦਾ? ਰੂਟ ਹੈ ਨਹੀਂ ਇਹਦੇ ਵਿੱਚ। ਨੀਚੇ 0 ਬਣ ਸਕਦਾ, ਜੇ ਨੀਚੇ 0 ਬਣ ਗਿਆ ਫਿਰ ਡਿਫਾਈਨ ਨਹੀਂ ਹੋਣਾ। ਨੀਚੇ ਫਿਰ ਆਪਾਂ 0 ਨਹੀਂ ਹੋਣ ਦੇਣਾ। therefore y ਪੱਕਾ ਕੀ ਹੋਊਗਾ ਨਾਨ ਜ਼ੀਰੋ। ਬਾਕੀ ਜਿਹੜੀ ਮਰਜ਼ੀ ਵੈਲਿਊ ਭਰ ਸਕਦੇ ਆ, ਬਸ 0 ਨਹੀਂ ਭਰਨੀ। ਨੀਚੇ 0 ਆ ਗਿਆ ਡਿਫਾਈਨ ਨਹੀਂ ਹੋਣਾ। ਜੇ ਨਾਨ ਜ਼ੀਰੋ ਹੋ ਗਿਆ ਤਾਂ ਰੇਂਜ ਕੀ ਹੋ ਗਈ? ਇਹ y ਦੇ ਵੈਲਿਊਜ਼ ਰੇਂਜ ਹੋ ਗਈਆਂ, ਤਾਂ ਰੇਂਜ ਕੀ ਹੋ ਗਿਆ? ਸਾਰੇ ਆਨਸਰ ਹੋ ਸਕਦੇ ਨੇ, 0 ਨਹੀਂ ਹੁੰਦਾ। ਇਹ ਰੇਂਜ ਦਾ ਥੋੜਾ ਜਿਹਾ ਕਨਸੈਪਟ ਆ। ਬਾਕੀ ਰੇਂਜ ਦੇ ਕੁਐਸਚਨ ਕਾਫੀ ਨੇ ਇਹਦੇ ਵਿੱਚ, ਮੈਂ ਥੋੜਾ ਮੋਟਾ ਕਨਸੈਪਟ ਸਮਝਾਉਣਾ ਹੈਗਾ। ਰੇਂਜ ਕੀ ਹੈ? ਮੋਟਾ ਕਨਸੈਪਟ ਇਹ ਹੈ ਕਿ ਉਹ ਰੇਂਜ fx ਦੇ ਵੈਲਿਊਜ਼ ਨੇ ਕੋਰਸਪੋਂਡਿੰਗ ਟੂ x, ਤੇ x ਕੀ ਭਰਨਾ ਆਪਾਂ ਨੇ? ਡੋਮੇਨ ਚੋਂ ਭਰਨਾ। ਸੋ ਦੇਖੋ ਧਿਆਨ ਨਾਲ, ਇਹ ਥੋੜਾ ਜਿਹਾ +1 ਦਾ ਕਨਸੈਪਟ ਸੀਗਾ ਜੀ। ਹੁਣ +2 ਵਾਲਾ ਕਨਸੈਪਟ ਕਰਾਉਣਾ ਜੀ। ਲਾਸਟ ਲੈਕਚਰ ਵਿੱਚ ਆ ਫੰਕਸ਼ਨ ਡਿਫਾਈਨ ਤਾਂ ਕੀਤਾ ਸੀਗਾ ਜੀ। ਡਿਫਾਈਨ ਨਹੀਂ ਮਤਲਬ ਮੋਟਾ ਜਿਹਾ ਆਈਡੀਆ ਲਿਆ ਸੀ ਕਿ ਫੰਕਸ਼ਨ ਦਾ ਮੀਨਿੰਗ ਕੀ ਹੁੰਦਾ, ਡਿਪੈਂਡ ਕਰਨਾ। ਅੱਜ ਆਪਾਂ ਨੇ ਇਹਦੀ ਪ੍ਰੋਪਰ ਡੈਫੀਨੇਸ਼ਨ ਬਣਾਉਣੀ ਹੈ ਫੰਕਸ਼ਨ ਦੀ। ਫੰਕਸ਼ਨ ਦੀ ਪ੍ਰੋਪਰ ਡੈਫੀਨੇਸ਼ਨ ਦੇਖਣੀ ਹੈ ਕਿ ਪ੍ਰੋਪਰ ਡੈਫੀਨੇਸ਼ਨ ਕੀ ਹੁੰਦੀ ਹੈ। ਉਸ ਤੋਂ ਬਾਅਦ ਫਿਰ ਜਿਹੜਾ ਇੰਪੋਰਟੈਂਟ ਟੌਪਿਕ ਆ 1 ਤੇ ਔਨ ਟੂ ਉਹ ਸ਼ੁਰੂ ਹੋਊਗਾ ਆਪਣਾ। तो फिलहाल आप अज प्रॉपर डेफिनेशन देखने की होगी। ਉਹਦੇ ਵਾਸਤੇ ਕੱਲ ਆਪਾਂ एग्जांपल ਲਈ ਸੀਗੀ ਜੀ ਕਿ x + y = 6 ਵਾਲੀ। ਇੱਥੋਂ ਸ਼ੁਰੂ ਕਰ ਲਾਣੇ ਆਪਾਂ। y = ਹੋ ਗਿਆ 6 - x ਤੇ ਆਪਾਂ ਪੁੱਟ ਕਰਦੇ ਹੁੰਨੇ ਆ y = fx। ਇੱਕੋ ਗੱਲ ਆ, ਫੰਕਸ਼ਨ ਆਫ x ਕਹਿ ਸਕਦੇ ਹਾਂ। ਤਾਂ ਦਿਸ therefore f of x ਕਿੰਨਾ ਆ ਗਿਆ ਜੀ ਆਪਣੇ ਕੋਲ 6 - x ਆ ਗਿਆ। f of x ਜਿਹੜਾ ਹੈਗਾ ਉਹ 6 - x ਹੋ ਗਿਆ। ਇਹਦਾ ਆਪਾਂ ਨੇ ਗ੍ਰਾਫ ਵੀ ਬਣਾਉਣ ਦੀ ਕੋਸ਼ਿਸ਼, ਗ੍ਰਾਫ ਵਾਸਤੇ ਵੈਲਿਊ ਹੁੰਦੀਆਂ ਨੇ, ਉਹ ਵੈਲਿਊ ਬਣਾ ਰਹੇ ਆ ਆਪਾਂ। ਇਹਦੇ ਵੈਲਿਊਜ਼ ਬਣਾਈਆਂ ਸੀ, ਇੱਥੇ ਬਣਾ ਲੈਣੇ। 4 ਵੈਲਿਊਜ਼ ਲੈ ਲੈਣੇ ਆਪਾਂ। ਇਹ x ਆ ਜੀ, ਇਹ y ਆ, ਇੱਥੇ 1 ਭਰਿਆ 5 ਆ ਜਾਏਗਾ, 2 ਭਰਿਆ 4 ਆ ਜਾਏਗਾ, 3 ਭਰਿਆ 3 ਆ ਜਾਏਗਾ,
4 ਭਰਿਆ 2 ਆ। ਹੁਣ ਇਹ ਚੀਜ਼ ਨੂੰ ਆਪਾਂ ਏਦਾਂ ਲਿਖ ਸਕਦੇ ਹਾਂ। ਇਹ ਕਿਵੇਂ ਕੀਤਾ ਆਪਾਂ ਨੇ 1 ਭਰਿਆ 5 ਆ ਗਿਆ। ਦੇਖੋ 1 ਭਰਿਆ f of 1 equals to 5 ਤੇ f of 2 equals to 4, f of 3 equals to 3 ਭਰਿਆ 3 ਆਊਗਾ, f of 4 equals to 2 ਇਦਾਂ ਵੀ ਲਿਖ ਸਕਦੇ ਆਪਾਂ। ਹੁਣ ਇਹ ਤੋਂ ਫੰਕਸ਼ਨ ਡਿਫਾਈਨ ਕਰਨਾ, ਪ੍ਰੋਪਰ ਫੰਕਸ਼ਨ ਹੁੰਦਾ ਕੀ ਹੈ। ਪ੍ਰੋਪਰ ਡਿਫਾਈਨ ਕਰਨ ਤੋਂ ਪਹਿਲਾਂ ਇੱਕ ਧਿਆਨ ਰੱਖਣਾ, ਫੰਕਸ਼ਨ ਟੌਪਿਕ ਨੂੰ ਜਿਹੜਾ ਫੰਕਸ਼ਨ ਹੁੰਦਾ ਹੈਗਾ ਇਹਨੂੰ ਆਪਾਂ ਮਸ਼ੀਨ ਵੀ ਕਹਿ ਸਕਦੇ ਹਾਂ। ਥੋੜਾ ਜਿਹਾ ਲੱਗ ਰਿਹਾ ਟੌਪਿਕ ਦੱਸਣਾ ਪਰ ਵਿੱਚ ਇਹਦੇ ਵਿੱਚ ਫੰਕਸ਼ਨ ਨੂੰ ਆਪਾਂ ਮਸ਼ੀਨ ਵੀ ਕਹਿ ਸਕਦੇ ਹਾਂ। ਹੁਣ ਮਸ਼ੀਨ ਹੁੰਦੀ ਕੀ ਹੈ? ਮਸ਼ੀਨ ਜਿਹੜੀ ਆਪਾਂ ਆਮ ਯੂਜ਼ ਕਰਦੇ ਹਾਂ, ਮਿਕਸੀ ਹੋ ਗਈ ਜਾਂ ਟੀਵੀ ਹੋ ਗਿਆ, ਵਾਸ਼ਿੰਗ ਮਸ਼ੀਨ ਹੋ ਗਈ। ਮਸ਼ੀਨ ਕੀ ਕਰਦੀ ਹੈਗੀ ਆ, ਉਹਦੇ ਵਿੱਚ ਆਪਾਂ ਕੁਝ ਇਨਪੁਟ ਪਾਵਾਂਗੇ ਤੇ ਉਹ ਆਊਟਪੁੱਟ ਦੇਗੀ। ਜਿਵੇਂ ਕੱਪੜੇ ਧੋਣ ਵਾਲੀ ਮਸ਼ੀਨ ਹੋ ਗਈ, ਵਾਸ਼ਿੰਗ ਮਸ਼ੀਨ ਹੋ ਗਈ, ਉਹ ਕੀ ਕਰਦੀ ਹੈ ਜੀ, ਜੇ ਆਟੋਮੈਟਿਕ ਵਾਸ਼ਿੰਗ ਮਸ਼ੀਨ ਆਪਣੇ ਕੋਲ, ਉਹ 'ਚ ਸੁੱਕੇ ਕੱਪੜੇ ਪਾਵਾਂਗੇ, ਸਰਫ ਪਾਵਾਂਗੇ, ਪਾਣੀ ਦੇਵਾਂਗੇ ਇਹਨੂੰ, ਇਹ ਆਟੋਮੈਟਿਕਲੀ ਜਿਹੜਾ ਹੈਗਾ ਕੱਪੜੇ ਧੋ ਕੇ ਸੁੱਕੇ ਕਰਕੇ ਬਾਹਰ ਕੱਢ ਦੇਗੀ। ਮਸ਼ੀਨ ਦੇ ਵਿੱਚ ਆਪਾਂ ਕੱਪੜੇ ਪਾਤੇ, ਸਰਫ ਪਾਤਾ, ਪਾਣੀ ਪਾਤਾ, ਇਹ ਆਟੋਮੈਟਿਕਲੀ ਮਸ਼ੀਨ ਜਿਹੜੀ ਹੈਗੀ ਆ, ਜੇ ਆਟੋਮੈਟਿਕ ਮਸ਼ੀਨ ਹੈਗੀ ਆ ਤਾਂ ਇਹ ਕੱਪੜੇ ਧੋ ਕੇ ਸੁਕਾ ਕੇ ਆਪੇ ਬਾਹਰ ਕੱਢ ਦੂਗੀ। ਤਾਂ ਮਸ਼ੀਨ ਕੀ ਹੁੰਦਾ, ਇਨਪੁਟ ਪਾਈ ਆਪਾਂ, ਕੱਪੜੇ ਪਾਏ, ਇਹਨੇ ਸੁਕਾ ਕੇ ਕੱਪੜੇ ਬਾਹਰ ਕੱਢਦੇ, ਧੋ ਕੇ ਸੁਕਾ ਕੇ ਬਾਹਰ ਕੱਢਦੇ, ਆਊਟਪੁੱਟ ਹੋ ਗਈ। ਤਾਂ ਫੰਕਸ਼ਨ ਇੱਕ ਮਸ਼ੀਨ ਕਿਵੇਂ ਕਹਿ ਰਹੇ ਹਾਂ, ਦੇਖੋ ਇਹਦੇ ਅਕੋਰਡਿੰਗ ਦੇਖੋ, ਜਿਵੇਂ ਇਹਦੇ ਵਿੱਚ ਆਪਾਂ ਇਨਪੁਟ ਪਾਈ 1, ਆ ਫੰਕਸ਼ਨ, ਇਹ ਫੰਕਸ਼ਨ ਹੋ ਕੇ ਇਹਨੇ ਕਿੰਨਾ ਕੱਢਤਾ ਬਾਹਰ ਆਂਸਰ, 5 ਆਂਸਰ ਬਾਹਰ ਕੱਢਤਾ। ਮਤਲਬ 1 ਨੂੰ ਜਦੋਂ ਆਪਾਂ ਇਹ ਫੰਕਸ਼ਨ ਦੇ ਵਿੱਚ ਪਾਇਆ ਤਾਂ ਇਹ ਸਾਰੇ ਫੰਕਸ਼ਨ ਨੇ 5 ਆਂਸਰ ਬਾਹਰ ਕੱਢਤਾ। ਇਨਪੁਟ ਕਿੰਨਾ ਪਾਇਆ ਆਪਾਂ, ਇਹਦੇ ਵਿੱਚ ਕਿੰਨੀ ਵੈਲਿਊ ਭਰੀ, ਇਨਪੁਟ ਕਿੰਨੀ ਵੈਲਿਊ ਭਰੀ ਆਪਾਂ ਨੇ 1, ਆਊਟਪੁੱਟ ਕਿੰਨਾ ਆਂਸਰ ਆਇਆ 5। ਤੇ ਮਸ਼ੀਨ ਦੀ ਤਰ੍ਹਾਂ ਕੰਮ ਕਰਦਾ, ਜੇ ਇਨਪੁਟ ਪਾਵਾਂਗੇ ਆਊਟਪੁੱਟ ਨਿਕਲੂਗੀ, ਜੇ 2 ਪਾਵਾਂਗੇ ਆਪਾਂ ਇਨਪੁਟ ਤਾਂ 4 ਨਿਕਲੇਗਾ, ਜੇ 3 ਪਾਵਾਂਗੇ ਇਨਪੁਟ ਤਾਂ 3 ਨਿਕਲੇਗਾ, ਜੇ 4 ਪਾਵਾਂਗੇ ਤਾਂ 2 ਨਿਕਲੇਗਾ। ਇਹ ਫੰਕਸ਼ਨ ਜੋ ਹੁੰਦਾ ਮਸ਼ੀਨ ਦੀ ਤਰ੍ਹਾਂ ਹੁੰਦਾ, ਮਸ਼ੀਨ ਕਹਿ ਲਓ ਜਾਂ ਕਈ ਥਾਂ ਆਪਰੇਟਰ ਵਰਡ ਵੀ ਆਉਂਦਾ, ਉਹ ਵੀ ਕਹਿ ਸਕਦੇ ਆਪਾਂ। ਤੋ ਇਹ ਗੱਲ ਵਿੱਚੋਂ ਆਈ ਆ ਤਾਂ ਦੱਸਿਆ ਕਿ ਫੰਕਸ਼ਨ ਮਸ਼ੀਨ ਦੀ ਤਰ੍ਹਾਂ ਹੁੰਦਾ ਹੈਗਾ। ਇਹ ਕਾਫੀ ਇੰਪੋਰਟੈਂਟ ਕੰਮ ਆ, ਜੇ ਹੁਣ ਕਰਨ ਲੱਗੇ ਜੇ ਸਮਝ ਆਊਗਾ ਤਾਂ ਪ੍ਰੋਪਰ ਡੈਫੀਨੇਸ਼ਨ ਸਮਝ ਆਊਗੀ ਜੀ। ਇਹ ਸਾਰੇ ਚੀਜ਼ ਨੂੰ ਇਹ ਜ਼ਿਆਦਾ ਇਹਦੇ ਉੱਪਰ ਫੋਕਸ ਨਹੀਂ ਕਰਨਾ, ਇਹ ਗੱਲ ਉੱਪਰ ਜ਼ਿਆਦਾ ਫੋਕਸ ਨਹੀਂ ਕਰਨਾ। ਹੁਣ ਆਪਾਂ ਇਹ ਗੱਲ ਉੱਪਰ ਜ਼ਿਆਦਾ ਫੋਕਸ ਕਰਨਾ। ਇਹਦੀ ਡਾਇਗਰਾਮ ਬਣਾ ਰਹੇ ਹਾਂ। ਡਾਇਗਰਾਮ ਵਾਸਤੇ ਕੀ ਕੀਤਾ ਆਪਾਂ ਨੇ, 2 ਓਵਲ ਬਣਾਏ, ਐਲਿਪਸ ਕਹਿ ਲਓ ਚਾਹੇ, ਇਹ ਓਵਲ ਸ਼ੇਪ ਹੁੰਦੀ ਹੈ, ਐਗ ਸ਼ੇਪ ਕਹਿ ਲਓ ਚਾਹੇ। ਇਹ 2 ਓਵਲ ਬਣਾਉਣੇ ਆਪਾਂ ਡਾਇਗਰਾਮ ਵਾਸਤੇ। ਇੱਥੇ ਪਾਉਣੀ ਆ ਆਪਾਂ x ਦੀ ਵੈਲਿਊ, ਇੱਥੇ ਪਾਉਣੀ ਆ ਆਪਾਂ y ਦੀ ਵੈਲਿਊ। ਦੇਖੋ x ਦੀ ਵੈਲਿਊ ਕੀ ਪਾਈ ਸੀ ਪਹਿਲਾਂ, 1 2 3 4, y ਦੇ ਆਨਸਰ ਕੀ ਆਏ ਸੀ 5 4 3 2। ਇਹਨੂੰ ਆਪਾਂ ਨੇ ਡਾਇਗਰਾਮੈਟਿਕਲੀ ਰਿਪਰੈਜ਼ੈਂਟ ਕਰਨਾ। ਉਹ ਡਾਇਗਰਾਮੈਟਿਕਲੀ ਆਪਾਂ ਰਿਪਰੈਜ਼ੈਂਟ ਕਰ ਰਹੇ ਹਾਂ। 1 ਭਰ ਕੇ ਕਿੰਨਾ ਆਇਆ 5 ਆਨਸਰ, ਇਹ ਜੋੜ ਦਾਂਗੇ ਆਪਾਂ, ਐਰੋ ਪਾ ਦੇਵਾਂਗੇ ਕਿ 1 ਭਰ ਕੇ 5 ਆਇਆ, ਇਹ ਭਰ ਕੇ ਇਹ ਆਨਸਰ ਆਇਆ। 2 ਭਰ ਕੇ ਕਿੰਨਾ ਆਨਸਰ ਆਇਆ 4, ਮਤਲਬ x2 ਭਰਿਆ y ਕਿੰਨਾ ਆ ਗਿਆ 4, x3 ਭਰਿਆ y ਕਿੰਨਾ ਆ ਗਿਆ 3, x4 ਭਰਿਆ y ਕਿੰਨਾ ਆ ਗਿਆ 2 ਆ ਗਿਆ। ਜੇ ਇੱਥੋਂ ਦੇਖੀਏ ਇਹ ਗੱਲ ਜ਼ਿਆਦਾ ਇੰਪੋਰਟੈਂਟ ਆ, ਇੱਥੇ ਵਿੱਚ ਕਿਤੇ ਫੰਕਸ਼ਨ ਆ f, ਕੱਲਾ f, ਇਹ ਗੱਲ ਬੜੀ ਇੰਪੋਰਟੈਂਟ ਆ। ਇਹ ਆਪਾਂ ਆਹੀ ਕੁਝ ਕਰਨਾ ਆਪਾਂ 2-3 ਦਿਨਾਂ ਦੇ ਵਿੱਚ।
ਜਿਹੜਾ f ਹੁੰਦਾ ਇਹਨੂੰ ਫੰਕਸ਼ਨ ਕਹਿੰਦੇ ਆਪਾਂ, ਜਿਹੜਾ f of x ਆ ਇਹ ਫੰਕਸ਼ਨ ਨਹੀਂ ਹੁੰਦਾ। f ਸਿੰਬਲ ਫੰਕਸ਼ਨ ਵਾਸਤੇ ਆ, ਇਹਦਾ ਮਤਲਬ ਕੀ ਆ ਕਿ ਫੰਕਸ਼ਨ ਆਪਾਂ x ਉੱਪਰ ਲਗਾਇਆ, ਫੰਕਸ਼ਨ ਇਹ ਆ ਬ੍ਰੈਕਟ ਚ of x ਮਤਲਬ ਕਿ ਫੰਕਸ਼ਨ ਆਪਾਂ x ਉੱਪਰ ਲਗਾਇਆ। ਤੇ ਅੱਗੇ ਪੜਾਂਗੇ ਹੋਰ ਵੀ ਸਮਝ ਆ ਜਾਏਗਾ। f ਸਿੰਬਲ ਫੰਕਸ਼ਨ ਵਾਸਤੇ ਹੁੰਦਾ, f of x ਇਹਨੂੰ ਫੰਕਸ਼ਨ of ਬ੍ਰੈਕਟ ਵਾਸਤੇ of x ਨੂੰ ਫੰਕਸ਼ਨ of x ਕਹਿਣਾ ਆਪਾਂ ਨੂੰ। ਸੋ ਇਹ f ਫੰਕਸ਼ਨ ਪਾਤਾ, ਕੀ ਮਤਲਬ ਵਿੱਚ ਫੰਕਸ਼ਨ ਕਿਵੇਂ ਪਾਇਆ ਆਪਾਂ, ਇਹ ਐਰੋ ਜੁਆਇਨ ਦਾ ਮਤਲਬ ਕਰਨ ਦਾ ਮਤਲਬ ਕੀ ਹੋ ਗਿਆ, ਜਦੋਂ 1 ਉੱਪਰ ਫੰਕਸ਼ਨ ਲਾਇਆ, ਉੱਪਰ ਪਾਇਆ ਫੰਕਸ਼ਨ, ਜਦੋਂ 1 ਦੇ ਉੱਪਰ ਫੰਕਸ਼ਨ ਲਾਇਆ ਉਹ ਕਿੰਨਾ ਬਣ ਗਿਆ ਜੀ 5 ਬਣ ਗਿਆ। ਐਰੋ ਇਹ ਦੱਸ ਰਹੀ ਹੈ ਆਪਾਂ ਨੂੰ, ਜਿਹੜੀ ਇਹ ਵਾਲੀ ਐਰੋ ਹੈ ਇਹ ਦੱਸ ਰਹੀ ਹੈ ਉੱਪਰ f ਪਾਇਆ ਆਪਾਂ ਨੇ। ਜੇ 2 ਉੱਪਰ ਫੰਕਸ਼ਨ ਲਾਇਆ, ਜੇ 2 ਦੇ ਉੱਪਰ ਆਪਾਂ ਫੰਕਸ਼ਨ ਲਗਾਇਆ ਤਾਂ ਉਹ 4 ਬਣ ਗਿਆ। ਜੇ 3 ਉੱਪਰ ਫੰਕਸ਼ਨ ਲਗਾਇਆ, ਜੋ 3 ਉੱਪਰ ਫੰਕਸ਼ਨ ਲਗਾਇਆ ਉਹ 3 ਬਣ ਗਿਆ। ਜੇ 4 ਉੱਪਰ ਫੰਕਸ਼ਨ ਲਗਾਇਆ ਉਹ 2 ਬਣ ਗਿਆ। ਆਪਾਂ ਨੂੰ ਜਿਹੜੀ ਇਹ ਡਾਇਗਰਾਮ ਹੈ ਇਹਦਾ ਸਮਝਣੀ ਚਾਹੀਦੀ ਹੈ ਕਿ ਐਰੋ ਜੁਆਇਨ ਕੀਤਾ ਉੱਪਰ ਫੰਕਸ਼ਨ ਪਾਇਆ, ਇਹਦਾ ਮੀਨਿੰਗ ਕੀ ਆ ਕਿ 1 ਉੱਪਰ ਫੰਕਸ਼ਨ ਲਾਇਆ 5 ਬਣ ਗਿਆ, 2 ਉੱਪਰ ਫੰਕਸ਼ਨ ਲਾਇਆ 4 ਬਣ ਗਿਆ, 3 ਉੱਪਰ ਫੰਕਸ਼ਨ ਲਾਇਆ 3 ਬਣ ਗਿਆ, 4 ਉੱਪਰ ਫੰਕਸ਼ਨ ਲਾਇਆ 2 ਬਣ ਗਿਆ। ਆਪਾਂ ਹੁਣ ਅੱਗੇ ਤੋਂ x y ਨਹੀਂ ਪਾਵਾਂਗੇ, ਸਿੰਪਲ ਐਂ ਪਾਵਾਂਗੇ, ਇਹਦੇ ਉੱਪਰ ਫੰਕਸ਼ਨ ਲਾਇਆ ਆ ਬਣ ਗਿਆ, ਇਹਦੇ ਉੱਪਰ ਫੰਕਸ਼ਨ ਲਾਇਆ ਇਹ ਬਣ ਗਿਆ, ਇਹਦੇ ਉੱਪਰ ਫੰਕਸ਼ਨ ਲਾਇਆ ਇਹ, ਇਹਦੇ ਉੱਪਰ ਫੰਕਸ਼ਨ ਲਾਇਆ ਇਹ। ਇੱਕ ਹੋਰ ਐਗਜ਼ਾਮਪਲ ਦੇਖਣੀ ਹੈ, ਦੇਖੋ ਸਮਝ ਆਉਂਦਾ ਹੋ। ਇੱਥੇ ਪਾਤਾ A B C D, ਇੱਥੇ ਪਾਤਾ 1 2 3 4। ਹੁਣ ਇਹ ਗੱਲ ਤੇ ਇਹ ਨਹੀਂ ਦੇਖਣਾ ਆਪਾਂ ਨੇ ਕਿ ਡਾਇਗਰਾਮ ਕਿੱਦਾਂ ਬਣੀ ਹੋਈ ਹੈ, ਤੁਹਾਨੂੰ ਬਸ ਡਾਇਗਰਾਮ ਦੇਤੀ ਬਸ ਕੱਲੀ। ਇੱਥੋਂ ਰਿਜ਼ਲਟ ਬਣਾਉਣਾ ਕਿ ਤੁਹਾਨੂੰ ਕੀ ਸਮਝ ਆ ਰਿਹਾ। ਇੱਥੋਂ ਇਹ ਗੱਲ ਸਮਝ ਆ ਰਹੀ ਆ, ਜੇ a ਉੱਪਰ ਆਪਾਂ f ਫੰਕਸ਼ਨ ਲਾਵਾਂਗੇ ਤਾਂ ਕਿੰਨਾ ਬਣ ਜਾਏਗਾ ਜੀ 1। ਜੇ b ਉੱਪਰ ਆਪਾਂ f ਫੰਕਸ਼ਨ ਲਾਵਾਂਗੇ ਉਹ 2 ਬਣ ਜਾਏਗਾ। ਜੇ c ਉੱਪਰ ਆਪਾਂ f ਫੰਕਸ਼ਨ ਲਾਵਾਂਗੇ ਉਹ 3 ਬਣ ਜਾਏਗਾ। ਜੇ d ਉੱਪਰ ਆਪਾਂ f ਫੰਕਸ਼ਨ ਲਗਾਵਾਂਗੇ ਤਾਂ ਉਹ 4 ਬਣ ਜਾਏਗਾ। ਇਹ ਗੱਲ 'ਚ ਨਹੀਂ ਕਨਫਿਊਜ਼ ਹੋਣਾ ਕਿ a ਭਰ ਕੇ 1 ਕਿਵੇਂ ਆ ਗਿਆ, b ਭਰ ਕੇ 2 ਕਿਵੇਂ ਆ ਗਿਆ, c ਭਰ ਕੇ 3 ਕਿਵੇਂ ਆ ਗਿਆ, ਇਦਾਂ ਕਿਵੇਂ ਆ ਗਿਆ, ਇਹ ਨਹੀਂ ਦੇਖਣਾ। ਇਹ ਗਿਵਨ ਆ ਡਾਇਗਰਾਮ ਬਸ ਆਪਾਂ। ਤਾਂ ਇੱਥੋਂ ਇਹ ਗੱਲ ਕਲੀਅਰ ਹੋ ਰਹੀ ਹੈ ਕਿ ਜੋ ਮਰਜ਼ੀ ਆ ਡਾਇਗਰਾਮ ਦੇ ਅਕੋਰਡਿੰਗ f ਦੇ ਵਿੱਚ a ਭਰ ਕੇ 1 ਆ ਗਿਆ, ਜਾਂ f ਉੱਪਰ a ਉੱਪਰ f ਫੰਕਸ਼ਨ ਲਾਇਆ 1 ਆ ਗਿਆ, b ਉੱਪਰ f ਫੰਕਸ਼ਨ ਲਾਇਆ 2 ਆ ਗਿਆ, ਸੋ ਔਨ। ਇਹ ਇਦਾਂ, ਇਹਦਾ ਮੀਨਿੰਗ ਇਹ। ਤਾਂ ਹੁਣ ਜਨਰਲ ਦੀ ਗੱਲ ਕਰਾਂਗੇ ਆਪਾਂ। ਇਹ ਧਿਆਨ ਰੱਖਣਾ, ਡਾਇਗਰਾਮ ਮੈਂ ਲੱਗਦਾ ਬਣਾ ਕੇ ਦਿਖਾ ਰਿਹਾ ਕਿ ਕਨਫਿਊਜ਼ ਨਹੀਂ ਹੋਣਾ ਉਹਨਾਂ ਵਿੱਚ। ਦੂਜੀ ਡਾਇਗਰਾਮ ਲੈ ਰਹੇ ਜੀ, ਜੋ ਮਰਜ਼ੀ ਪਾ ਲਓ, ਇੱਧਰ A B C D ਪਾ ਲਓ, ਚਾਹੇ 1 2 3 ਜੋ ਮਰਜ਼ੀ ਪਾ ਲਓ, ਸਮਝਾਉਣ ਵਾਸਤੇ ਹੀ ਆ। ਇਹ ਨਹੀਂ ਕਨਫਿਊਜ਼ ਹੋਣਾ, ਮੈਂ ਦੁਬਾਰਾ ਗੱਲ ਕਰ ਰਿਹਾ, ਇਹ ਨਹੀਂ ਕਨਫਿਊਜ਼ ਹੋਣਾ ਕਿ ਆਹ ਕੀ ਹੈ ਤਾਂ ਇਹ ਕੱਲਾ ਕੱਲਾ ਹੋਣਾ ਚਾਹੀਦਾ। ਆਪਾਂ ਨੇ ਇਹ ਨਹੀਂ ਦੇਖਣਾ ਕਿ ਡਾਇਗਰਾਮ ਕਿਵੇਂ ਗਿਵਨ ਆ, ਚਾਹੇ ਸਹੀ ਆ ਚਾਹੇ ਗਲਤ ਆ, ਆਪਾਂ ਰਿਜ਼ਲਟ ਬਣਾਉਣਾ ਕਿ ਆਪਾਂ ਨੂੰ ਕੀ ਸਮਝ ਆ ਰਿਹਾ ਇੱਥੋਂ, ਬਸ ਉਹ ਗੱਲ ਦੇਖਣੀ। ਇੱਥੋਂ ਗੱਲ ਸਮਝ ਆ ਰਹੀ ਆ ਆਪਾਂ ਨੂੰ, ਜੇ A ਉੱਪਰ F ਲਾਵਾਂਗੇ ਤਾਂ 1 ਆਨਸਰ ਆਊਗਾ, ਜੇ B ਉੱਪਰ F ਲਾਵਾਂਗੇ ਫਿਰ ਵੀ 1 ਆਨਸਰ ਆਊਗਾ ਜੀ, ਜੇ C ਉੱਪਰ ਫੰਕਸ਼ਨ ਲਗਾਵਾਂਗੇ ਤਾਂ 2 ਆਊਗਾ ਆਨਸਰ, ਜੇ D ਉੱਪਰ ਫੰਕਸ਼ਨ ਲਗਾਵਾਂਗੇ ਤਾਂ 3 ਆਊਗਾ। ਇਹ ਐਕਸਟਰਾ ਨੰਬਰ ਆ, ਲੋੜ ਨਹੀਂ ਹੈਗੀ ਆਪਾਂ ਨੂੰ, ਇਹਦਾ ਕੁਝ ਨਹੀਂ ਪਤਾ ਆਪਾਂ ਨੂੰ ਕੀ ਹੈ, ਫਾਲਤੂ ਪਾਇਆ। ਹੁਣ ਇਹ ਪਾਇਆ ਹੋਇਆ ਫਾਲਤੂ ਜਾਂ ਨਾ ਪਾਇਆ ਇਹਦਾ ਕੋਈ ਮੈਟਰ ਨਹੀਂ ਕਰਦਾ ਇਹ ਚੀਜ਼। ਹੁਣ ਤੁਸੀਂ ਕਹੋਗੇ ਕਿ 2 ਵੈਲਿਊ ਭਰ ਕੇ ਸੇਮ ਕਿਵੇਂ ਆ ਗਿਆ ਆਨਸਰ, ਆ 2 ਵੈਲਿਊ ਭਰ ਕੇ ਸੇਮ ਇਹ ਆ ਸਕਦਾ ਆਨਸਰ। ਜੇ ਤੁਸੀਂ fx ਨੂੰ x² ਲਵੋ
ਤਾਂ f of 1 ਕਿੰਨਾ ਆਊਗਾ 1, f of -1 ਕਿੰਨਾ ਆਊਗਾ, ਇਹ ਚ ਭਰ ਕੇ 1 ਹੀ ਆਊਗਾ। ਚਲੋ ਇਹ ਗੱਲ ਤੇ ਕਨਫਿਊਜ਼ ਨਹੀਂ ਹੋਣਾ ਕਿ ਡਾਇਗਰਾਮ ਕਿਵੇਂ ਗਿਵਨ ਆ, ਬਸ ਆਪਾਂ ਰਿਜ਼ਲਟ ਬਣਾਣੇ ਉਹਦੇ ਵਿੱਚ। ਆਹ ਰਿਜ਼ਲਟ ਬਣ ਗਿਆ ਉਹਦੇ ਵਿੱਚ। ਹੁਣ ਇਹ ਡਾਇਗਰਾਮ ਚ ਕੁਝ ਕਲੀਅਰ ਹੋ ਗਈ ਹੋਣੀ ਆ। ਹੁਣ ਇਹ ਡਾਇਗਰਾਮ ਤੋਂ ਦੇਖ ਕੇ ਦੋ ਟਰਮਾਂ ਆਪਾਂ ਡਿਫਾਈਨ ਕਰਨੀਆਂ। ਪਹਿਲਾਂ ਇੱਕ ਟਰਮ ਡਿਫਾਈਨ ਕਰਾਂਗੇ, ਦੂਜੀ ਟਰਮ ਆਪਾਂ ਬਾਅਦ ਚ ਡਿਫਾਈਨ ਕਰਾਂਗੇ। ਪਹਿਲੀ ਟਰਮ ਕਿਹੜੀ ਹੈਗੀ ਆ, ਉਹ ਹੈ ਇੱਥੋਂ ਦੇਖਦੇ ਹਾਂ ਆਪਾਂ, ਇਮੇਜ। ਇਮੇਜ ਦੀ ਗੱਲ ਕਰਨੀ ਹੈ ਆਪਾਂ ਨੇ। ਇਮੇਜ ਧਿਆਨ ਰੱਖੋ, ਸਾਰਾ ਕਨਸੈਪਟ ਕਾਰੇ ਵਾਸਤੇ ਕਰ ਰਹੇ ਹਾਂ ਆਪਾਂ। ਫੰਕਸ਼ਨ ਡਿਫਾਈਨ ਕਰਨਾ ਪ੍ਰੋਪਰ ਕਿ ਫੰਕਸ਼ਨ ਹੁੰਦਾ ਕੀ ਹੈ। ਜੇ ਸਾਰਾ ਕੁਝ ਪਤਾ ਹੋਊਗਾ, ਡਾਇਗਰਾਮ ਕਿੱਦਾਂ ਹੋਊਗੀ ਜੀ, ਇਮੇਜ ਕੀ ਹੁੰਦੀ ਹੈ, ਤਾਂ ਹੀ ਆਪਾਂ ਪ੍ਰੋਪਰ ਫੰਕਸ਼ਨ ਦੀ ਡੈਫੀਨੇਸ਼ਨ ਸਮਝ ਸਕਦੇ ਹਾਂ। ਇਮੇਜ ਕੀ ਹੁੰਦਾ ਹੈਗਾ, ਜਿਵੇਂ ਆਪਾਂ ਕਹਾਂਗੇ ਕਿ ਇਮੇਜ of a equal to 1, ਮਤਲਬ ਕਿ a ਦੀ ਵੈਲਿਊ ਭਰ ਕੇ f ਦਾ ਆਂਸਰ ਕਿੰਨਾ ਹੈ, ਉਹ ਇਮੇਜ ਆ। ਜਾਂ ਇਦਾਂ ਕਹਿ ਲਓ ਕਿ a ਨੂੰ ਕਿਹਦੇ ਨਾਲ ਜੁਆਇਨ ਕੀਤਾ ਹੋਇਆ, ਉਹ ਇਮੇਜ ਹੋ ਗਈ ਉਹਦੀ। a ਦੀ ਇਮੇਜ 1 ਆ ਕਿਉਂਕਿ a ਨੂੰ 1 ਨਾਲ ਜੁਆਇਨ ਕੀਤਾ ਹੋਇਆ, b ਦੀ ਇਮੇਜ 2 ਆ, c ਦੀ ਇਮੇਜ 3 ਆ, d ਦੀ ਇਮੇਜ 4 ਆ। ਜਾਂ ਇਦਾਂ ਕਹਿ ਲਓ ਇਮੇਜ ਕੀ ਹੁੰਦੀ ਹੈਗੀ ਹੈ, ਜੇ ਆਪਾਂ ਨੇ ਇਮੇਜ ਆਫ a ਕੱਢਣੀ ਹੈ ਤਾਂ ਅਸੀਂ ਇਹ ਵੈਲਿਊ f ਚ ਭਰ ਦੋ, ਇਹਨੂੰ ਇਮੇਜ ਕਹਾਂਗੇ। ਇਮੇਜ ਆਫ a ਕਿਵੇਂ ਕੱਢੀ ਆ, ਇਹ ਵੈਲਿਊ ਚੱਕ ਕੇ ਆਪਾਂ f ਚ ਭਰਤੀ ਤੇ ਕਿੰਨਾ ਆਂਸਰ ਆ ਗਿਆ 1। ਜੋ ਵੀ ਆਂਸਰ ਆ ਗਿਆ ਉਹਨੂੰ ਕੀ ਕਹਾਂਗੇ ਆਪਾਂ, ਇਮੇਜ ਕਹਾਂਗੇ। ਮਤਲਬ x ਦੀ, ਸਮਝਿਓ ਧਿਆਨ ਨਾਲ, ਇਮੇਜ ਆਫ x ਕੋਈ ਵੀ ਨੰਬਰ, ਉਹਦੀ ਇਮੇਜ ਕਿਵੇਂ ਆਊਗੀ, ਇਜ਼ ਇਹ ਜਾਂ ਇਕੁਅਲ ਟੂ, ਇਹ ਤੁਸੀਂ f ਦੇ ਵਿੱਚ ਭਰ ਦੇਣੀ ਹੈ ਵੈਲਿਊ। ਜੋ ਵੀ ਆਂਸਰ ਆ ਗਿਆ ਉਹਦੀ ਇਮੇਜ। ਇਮੇਜ ਆਫ b ਇਹ ਕਿੰਨੀ ਆਊਗੀ, f ਚ ਭਰਤੀ ਵੈਲਿਊ ਕਿੰਨੀ ਆਈ ਹੈ, ਇਮੇਜ f ਚ ਭਰ ਕੇ ਕਿੰਨਾ ਆਇਆ ਆਂਸਰ 2। f ਦੇ ਵਿੱਚ ਭਰਨ ਦਾ ਮਤਲਬ ਕੀ ਆ, ਹੁਣੇ ਬੋਲਿਆ ਸੀਗਾ ਇਮੇਜ ਕੀ ਹੁੰਦਾ ਕਿ a ਕਿਹਨਾਂ ਜੁਆਇਨ ਆ। ਜੁਆਇਨ ਕਿਹਦੇ ਨਾਲ ਕਰਾਂਗੇ ਆਪਾਂ, ਜੁਆਇਨ ਕਰਨ ਦਾ ਮੀਨਿੰਗ ਕੀ ਆ ਕਿ f ਚ ਭਰ ਕੇ 1 ਆਇਆ ਆਂਸਰ, ਗੱਲ ਉਹੀ ਬਣ ਗਈ। ਜੁਆਇਨ ਆਪਾਂ ਉਹਦੇ ਨਾਲ ਹੀ ਕਰਾਂਗੇ ਜੋ f ਚ ਭਰ ਕੇ ਆਂਸਰ ਆਇਆ। ਤਾਂ ਇਮੇਜ ਆਫ c ਕਹੀ ਆਪਾਂ, ਇਮੇਜ ਆਫ c ਇਸ f ਚ ਭਰਾਂਗੇ ਤੇ ਕਿੰਨਾ ਆਂਸਰ ਹੈ ਇਹਦਾ ਆਪਣੇ ਕੋਲ 3। ਤੇ ਇਮੇਜ ਆਫ d ਕਿੰਨੀ ਹੈਗੀ ਹੈ 4। ਇਹ ਇਮੇजेस ਹੁੰਦੀਆਂ ਸਾਰੀਆਂ ਜਿਹੜੇ ਜੁਆਇਨ ਕੀਤੀਆਂ ਨੇ। ਇਮੇਜ ਆਫ a 1, ਇਮੇਜ ਆਫ b 1, ਇਮੇਜ ਆਫ c 2 ਆ, ਇਮੇਜ ਆਫ d 3। ਇਹ ਸਾਰੀਆਂ ਇਮੇजेस ਨੇ। ਇਧਰਲੇ ਪਾਸੇ ਲੈਫਟ ਟੂ ਰਾਈਟ ਜਾਵਾਂਗੇ ਆਪਾਂ, ਲੈਫਟ ਟੂ ਰਾਈਟ, ਉਹ ਸਾਰੀਆਂ ਇਮੇजेस ਹੋਣਗੀਆਂ। ਪਹਿਲੀ ਗੱਲ। ਇੱਕ ਹੋਰ ਗੱਲ ਆ, ਇੱਥੇ ਆਪਾਂ a b ਪਾ ਲੈਂਦੇ ਆ ਸਮਝਾਉਣ ਵਾਸਤੇ। ਮਤਲਬ ਜਿਹੜੇ ਇਹ 4 ਐਲੀਮੈਂਟ ਨੇ a b c d, ਇਹ a ਸੈੱਟ ਵਿੱਚੋਂ ਨੇ। ਇਹਦਾ ਪੂਰਾ ਨਾਮ ਆਪਾਂ a ਸੈੱਟ ਆ। ਮਤਲਬ a ਸੈੱਟ ਕੀ ਹੈ, ਇਹਦੇ ਵਿੱਚ a b c d ਨੇ, ਇਹਨਾਂ ਨਾਮ a ਪਾ ਲਿਆ। ਤੇ ਇਹ ਐਲੀਮੈਂਟ ਕਿਹਦੇ ਵਿੱਚੋਂ ਨੇ, b ਚ ਨੇ। ਇਹ ਜਸਟ ਇੱਕ ਨਾਮ ਦੇਤਾ ਆਪਾਂ ਨੇ, ਇਹ ਜਸਟ ਇੱਕ ਨਾਮ ਦੇਤਾ ਕਿ ਪਹਿਲੇ ਐਲੀਮੈਂਟ a ਵਿੱਚੋਂ ਲਏ ਨੇ, ਦੂਸਰੇ ਐਲੀਮੈਂਟ b ਵਿੱਚੋਂ ਲਏ ਨੇ ਸੈੱਟ ਵਿੱਚੋਂ। ਉੱਪਰ ਆਪਾਂ a b ਪਾ ਲਾਂਗੇ ਨਾਮ। ਉਹ ਵੀ ਇਦਾਂ ਪਾ ਲਓ ਕਿ ਇਹ a ਆ, ਇਹ b ਆ। ਫਿਰ ਇੱਕ ਸੈੱਟ ਦੇ ਨਾਮ ਪਾਤੇ ਆਪਾਂ ਨੇ, ਇੱਕ ਡਾਇਗਰਾਮ ਦੇਖੀ ਆ, ਇੱਕ ਇਮੇਜ ਪੜਿਆ। ਇਹ ਸਾਰਾ ਕੁਝ ਦੇਖ ਕੇ ਫੰਕਸ਼ਨ ਡਿਫਾਈਨ ਕਰਨ ਲੱਗੇ ਆਪਾਂ। ਉਹ ਦੇਖੋ ਜੀ, ਇਹ ਪ੍ਰੋਪਰ ਡੈਫੀਨੇਸ਼ਨ ਆ ਫੰਕਸ਼ਨ ਦੀ। f is said to be function from a to b। ਪਹਿਲਾਂ ਦੇਖ ਲਓ, ਫਿਰ ਸਾਰਾ ਦੁਬਾਰਾ ਪੜਾਂਗੇ ਆਪਾਂ। if and only if and only if every element of a
has unique image in B. If and only if every element of A has unique image in B. Unique ਤੇ every ਇਹ ਅੰਡਰਲਾਈਨ ਕਰ ਲਈਏ। ਹੁਣ ਸਮਝਦੇ ਹਾਂ ਆਪਾਂ ਕਿ ਲਿਖਿਆ ਕੀ ਹੈ ਜੀ। ਇਹ ਡਾਇਗਰਾਮ ਆਪਾਂ ਨੂੰ ਦਿੱਤੀ ਹੋਈ ਹੈ ਤੇ ਪੁੱਛਿਆ ਕੀ ਹੈਗਾ is f a function। ਇਹ ਕੁਐਸਚਨ ਪੁੱਟ ਕੀਤਾ ਕਿ f ਫੰਕਸ਼ਨ ਹੈ ਇਹਦੇ ਵਿੱਚ। ਤਾਂ ਫੰਕਸ਼ਨ ਦੇਖੋ ਕੀ ਕਿਹਾ ਆਪਾਂ ਨੇ, if and only if every element of A has a unique word ਛੱਡ ਦੋ, ਹਜੇ ਇਹ ਛੱਡ ਦੋ, ਜੇ ਛੱਡ ਦਈਏ ਆਪਾਂ ਤਾਂ ਕੀ ਮਤਲਬ every element of A has, ਇਹ ਛੱਡਤਾ, image in B। ਚੈੱਕ ਕਰੋ ਕਿ ਕੈਪੀਟਲ A ਦੇ ਹਰੇਕ ਐਲੀਮੈਂਟ ਦੀ ਇਮੇਜ B ਵਿੱਚ ਆ ਰਹੀ ਆ। ਦੇਖੋ A ਦੀ ਇਮੇਜ ਆ ਰਹੀ ਆ ਜੀ B ਵਿੱਚ, B ਦੀ ਇਮੇਜ ਆ ਰਹੀ ਆ, C ਦੀ ਇਮੇਜ ਆ ਰਹੀ ਆ, D ਦੀ ਇਮੇਜ ਆ ਰਹੀ ਹੈ। ਮਤਲਬ ਕਿ ਤਿੰਨੇ ਸਾਰੇ ਐਲੀਮੈਂਟ, ਜਿੰਨੇ ਐਲੀਮੈਂਟ ਆਪਾਂ A ਵਿੱਚ ਪਾਏ ਨੇ ਉਹਨਾਂ ਸਾਰਿਆਂ ਦੀ ਇਮੇਜ ਇਹਦੇ ਵਿੱਚ ਆ ਰਹੀ ਹੈ। ਪਹਿਲੀ ਗੱਲ ਇਹ ਚੈੱਕ ਕਰਨੀ ਹੈ। ਦੂਜੀ ਗੱਲ ਚੈੱਕ ਕਰਨੀ ਹੈ ਕਿ ਇਮੇਜ ਸਾਰਿਆਂ ਦੀ ਇੱਕ ਹੋਵੇ, ਇੱਕ ਯੂਨੀਕ ਹੋਵੇ। ਮਤਲਬ ਹੁਣ ਇਹ ਤਾਂ ਕਨਫਰਮ ਹੋ ਗਿਆ ਕਿ ਸਾਰਿਆਂ ਦੀ ਇਮੇਜ ਆ ਰਹੀ ਹੈ। ਇਹਦੀ ਕਿੰਨੀਆਂ ਇਮੇजेस ਨੇ? ਇੱਕੋ ਹੀ ਆ। ਇਹਦੀ ਇਮੇਜ ਕਿੰਨੀ ਆ? ਇੱਕੋ ਹੀ ਆ। ਇਹਦੀ ਇਮੇਜ ਕਿੰਨੀ ਆ? ਇੱਕੋ ਹੀ ਆ। ਇਹਦੀ ਇਮੇਜ ਕਿੰਨੀ ਆ? ਇੱਕੋ ਹੀ ਆ। ਤਾਂ ਆਪਾਂ ਕਹਾਂਗੇ ਹੇਅਰ every element of A has unique image in B। ਕੈਪੀਟਲ A ਦੇ ਹਰੇਕ ਐਲੀਮੈਂਟ ਦੀ ਯੂਨੀਕ ਇਮੇਜ ਆ ਰਹੀ ਆ B ਵਿੱਚ, therefore f is a function। ਤੇ ਪੂਰਾ ਨਾਮ ਕੀ ਪਾਣਾ ਹੁੰਦਾ? ਫੰਕਸ਼ਨ ਕਿੱਥੋਂ ਜਾ ਰਿਹਾ? A ਤੋਂ B, from A to B। ਇੱਥੋਂ ਕੀ ਗੱਲ ਕਲੀਅਰ ਹੁੰਦੀ ਆ? ਫੰਕਸ਼ਨ ਦਾ ਚਲੋ ਠੀਕ ਆ, ਆਪਾਂ ਕਹਿਤਾ from A to B ਕਿਉਂ ਪਾਣਾ ਹੁੰਦਾ ਆਪਾਂ ਨੇ ਕਿ A ਦੀਆਂ ਵੈਲਿਊ ਫੰਕਸ਼ਨ 'ਚ ਭਰਨੀਆਂ ਨੇ ਤੇ ਆਨਸਰ B ਵਿੱਚ ਆਉਣਗੇ। ਆ A ਦੀਆਂ ਵੈਲਿਊ ਸਾਰੀਆਂ ਫੰਕਸ਼ਨ 'ਚ ਭਰਾਂਗੇ, f of A, f of B, f of C, f of B, ਤੇ ਸਾਰੇ ਆਨਸਰ B ਵਿੱਚ ਆ ਰਹੇ ਨੇ। ਇੱਕ ਐਗਜ਼ਾਮਪਲ ਹੋਰ ਦੇਖਦੇ ਹਾਂ ਆਪਾਂ ਸਮਝਣ ਵਾਸਤੇ। ਜਿਵੇਂ ਆਹ ਐਗਜ਼ਾਮਪਲ ਆ, ਪਹਿਲੀ ਐਗਜ਼ਾਮਪਲ ਸੀ ਜੀ, ਇਹ ਦੂਜੀ ਐਗਜ਼ਾਮਪਲ। ਇਹ ਪੁੱਛਿਆ ਆਪਾਂ ਨੂੰ ਕਿ ਫੰਕਸ਼ਨ ਹੈ ਕਿ ਨਹੀਂ। ਪਹਿਲਾਂ ਗੱਲ ਚੈੱਕ ਕਰਨੀ ਹੈ, ਦੋ ਗੱਲਾਂ ਦੇਖਣੀਆਂ। ਪਹਿਲਾਂ ਇਹ ਚੈੱਕ ਕਰੋ ਕਿ ਸਾਰਿਆਂ ਦੀ ਇਮੇਜ ਆ ਰਹੀ ਹੈ ਜੀ, ਚਾਰ ਐਲੀਮੈਂਟ ਨੇ, ਚਾਰਾਂ ਦੀ ਇਮੇਜ ਆ ਰਹੀ ਹੈ। ਦੂਜੀ ਗੱਲ ਕੀ ਚੈੱਕ ਕਰਨੀ ਆ ਆਪਾਂ ਨੇ? ਇਹਦੀ ਇਮੇਜ ਕੀ ਆ, ਕਿੰਨੀਆਂ ਨੇ? ਇੱਕੋ ਆ, ਇੱਕੋ ਇਮੇਜ ਆ ਰਹੀ ਹੈ। ਇਹਦੀ ਇਮੇਜਿਸ ਕਿੰਨੀਆਂ? ਇਹਦੀ ਵੀ ਇੱਕੋ ਹੀ ਆ। ਕਿਤੇ ਨਹੀਂ ਮੈਂਸ਼ਨ ਕੀਤਾ ਇਹਨਾਂ ਨੇ ਕਿ ਇਮੇਜਾਂ ਸੇਮ ਨਾ ਹੋਣ। ਬਸ ਇਹ ਦੇਖਣਾ ਕਿ ਹਰੇਕ ਦੀ ਇਮੇਜ ਆਵੇ ਤੇ ਯੂਨੀਕ ਆਵੇ। ਇਮੇਜਿਸ ਸੇਮ ਵੀ ਹੋ ਸਕਦੀਆਂ ਨੇ, ਇਹ ਕਿਤੇ ਮੈਂਸ਼ਨ ਨਹੀਂ ਕੀਤਾ ਕਿ ਜੇ ਸੇਮ ਹੋ ਗਈਆਂ ਤਾਂ ਫੰਕਸ਼ਨ ਨਹੀਂ ਹੋਊਗਾ। ਇਹ ਕਿਤੇ ਮੈਂਸ਼ਨ ਨਹੀਂ ਕੀਤਾ ਇਹਦੇ ਵਿੱਚ। ਸਾਰਿਆਂ ਦੀ ਇਮੇਜ ਹੋਵੇ ਪਲੱਸ ਯੂਨੀਕ ਹੋਵੇ। A ਦੀ ਇਮੇਜ ਇੱਕੋ ਆ ਰਹੀ ਆ, B ਦੀ ਇਮੇਜ ਇੱਕੋ ਆ ਰਹੀ ਆ, C ਦੀ ਵੀ ਇੱਕੋ ਆ ਰਹੀ ਆ, D ਦੀ ਵੀ ਇੱਕੋ ਆ ਰਹੀ, ਸਾਰਿਆਂ ਦੀ ਆ ਰਹੀ ਆ ਤੇ ਇੱਕੋ ਆ ਰਹੀ ਆ, ਤਾਂ ਇਹਨੂੰ ਕਹਾਂਗੇ ਯੈਸ, ਇਹ ਫੰਕਸ਼ਨ ਹੈ। ਇੱਕ ਐਗਜ਼ਾਮਪਲ ਆਪਾਂ ਲੈਣੇ ਆ ਜਿਹਦੇ ਫੰਕਸ਼ਨ ਨਾ ਹੋਵੇ, ਉਹ ਦੇਖੋ। ਦੋ ਤਿੰਨ ਐਗਜ਼ਾਮਪਲ ਲੈਣੀ ਆ ਆਪਾਂ। ਇਹ ਸਾਰੀਆਂ ਡਾਇਗਰਾਮਾਂ ਧਿਆਨ ਨਾਲ ਬਣਾ ਲਈਓ ਜੀ, ਇਹ ਧਿਆਨ ਰੱਖਿਓ। ਜੇ ਨਾ ਸਮਝਿਆ ਫਿਰ ਗੱਲ ਚੱਲਣੀ ਨਹੀਂ ਹੈਗੀ ਆਪਣੇ ਅੱਗੇ, ਇਸ ਕਰਕੇ ਧਿਆਨ ਨਾਲ ਦੇਖ ਲਿਓ। ਹੁਣ D ਦੇਖੋ, ਆਹ ਡਾਇਗਰਾਮ ਆ। ਇਹ ਡਾਇਗਰਾਮ ਦੇ ਅਕੋਰਡਿੰਗ ਜਿਹੜਾ A ਦੀ ਇਮੇਜ ਆ ਰਹੀ ਆ, B ਦੀ ਇਮੇਜ ਆ ਰਹੀ ਆ, C ਦੀ, D ਦੀ ਕੋਈ ਇਮੇਜ ਨਹੀਂ ਦਿੱਤੀ ਹੋਈ ਇਹਦੇ ਵਿੱਚ। ਡਾਇਗਰਾਮ ਦੇ ਅਕੋਰਡਿੰਗ ਚੱਲਣਾ ਆਪਾਂ ਨੇ। ਇਹ ਨਹੀਂ ਦੇਖਣਾ ਕਿ D ਦੀ ਇਮੇਜ ਕਿਉਂ ਨਹੀਂ ਦਿੱਤੀ ਹੋਈ, ਜੋ ਦਿੱਤੀ ਹੋਈ ਆਪਾਂ ਉਹਦੇ ਅਕੋਰਡਿੰਗ ਚੱਲਣਾ ਕਿ ਆਹ ਗਿਵਨ ਇਹ ਫੰਕਸ਼ਨ ਹੈ ਕਿ ਨਹੀਂ ਹੈ। ਸਾਰਿਆਂ ਦੀ ਇਮੇਜ ਨਹੀਂ ਆ ਰਹੀ, ਇੱਕ ਛੱਡਤਾ ਉਹਨੇ। ਜੇ ਸਾਰਿਆਂ ਦੀ ਇਮੇਜ ਹੋਊਗੀ ਪਲੱਸ ਯੂਨੀਕ ਹੋਊਗੀ ਤਾਂ ਫੰਕਸ਼ਨ ਕਹਾਂਗੇ। ਇਹ ਇੱਥੇ ਲਿਖਾਂਗੇ here D has no image, therefore f is not
function from A to B। f ਜਿਹੜਾ ਹੈਗਾ ਉਹ ਫੰਕਸ਼ਨ ਨਹੀਂ ਹੈਗਾ from A to B। ਇੱਕ ਐਗਜ਼ਾਮਪਲ ਹੋਰ ਦੇਖਣੀ ਆਪਾਂ ਚੌਥੀ। ਆ A ਸੈਟ ਆ B ਵਿੱਚ f ਵਾਲਾ ਇੱਥੇ A B C D ਹੈ 1 2 3 4 ਕਾਲਮ। ਦੇਖੋ ਧਿਆਨ ਨਾਲ, ਇਹ ਸਾਰਿਆਂ ਦੀ ਇਮੇਜ ਆ ਰਹੀ ਹੈ, A ਦੀ ਵੀ ਆ ਰਹੀ ਹੈ, B ਦੀ ਵੀ ਆ ਰਹੀ ਹੈ, C ਦੀ ਵੀ ਆ ਰਹੀ ਹੈ, D ਦੀ ਵੀ ਆ ਰਹੀ ਹੈ। ਪਰ ਗੌਰ ਨਾਲ ਦੇਖੋ ਸਾਰਿਆਂ ਦੀ ਯੂਨੀਕ ਨਹੀਂ ਹੈਗੀ। A ਦੀਆਂ ਦੋ ਇਮੇਜਾਂ ਬਣਾਤੀਆਂ ਆਪਾਂ ਨੇ, A ਦੀਆਂ ਇਮੇਜਿਸ ਦੋ ਬਣ ਗਈਆਂ, ਇਹ 1 ਨਾਲ ਵੀ ਜੁਆਇਨ ਕੀਤਾ ਹੈ 2 ਨਾਲ ਵੀ ਜੁਆਇਨ ਕੀਤਾ ਹੈ। ਇਸ ਕਰਕੇ ਸਾਰਿਆਂ ਦੀ ਇਮੇਜ ਤਾਂ ਆ ਰਹੀ ਆ ਪਰ ਯੂਨੀਕ ਨਹੀਂ ਆ ਰਹੀ। ਸਾਰਿਆਂ ਦੀ ਯੂਨੀਕ ਹੋਗੀ ਤਾਂ ਫੰਕਸ਼ਨ ਕਹਾਂਗੇ ਆਪਾਂ। ਇੱਥੇ ਲਿਖਾਂਗੇ A here A has 2 images, ਕਿਹੜੀਆਂ ਨੇ 1 ਤੇ 2 ਆ ਦੋ ਇਮੇਜਿਸ ਨੇ। therefore f is not function, f is not function from A to B। ਇਹ ਫੰਕਸ਼ਨ ਨਹੀਂ ਹੈ। ਤਾਂ ਫੰਕਸ਼ਨ ਕਦੋਂ ਹੋਊਗਾ? ਡਾਇਰਾਂ ਬਣਾਉਣੀਆਂ, ਡਾਇਰਾਂ ਦਿੱਤੀ ਹੋਊਗੀ ਆਪਾਂ ਨੂੰ, ਡਾਇਰਾਂ ਬਣੀ ਹੋਈ ਆ ਮੰਨ ਲਓ। ਜੇ ਆਪਣੇ ਕੋਲ ਇਹਦੇ ਹਰੇਕ ਐਲੀਮੈਂਟ ਦੀ ਇਮੇਜ ਹੋਵੇ ਪਲੱਸ ਯੂਨੀਕ ਹੋਵੇ ਤਾਂ ਆਪਾਂ ਕਹਾਂਗੇ ਫੰਕਸ਼ਨ। ਜੇ ਇੱਕ ਦੀ ਵੀ ਨਹੀਂ ਹੈਗੀ ਤਾਂ ਹੀ ਫੰਕਸ਼ਨ ਨਹੀਂ ਹੈਗਾ। ਜੇ ਇੱਕ ਇਮੇਜ ਯੂਨੀਕ ਨਹੀਂ ਆ ਰਹੀ ਤਾਂ ਵੀ ਉਹ ਫੰਕਸ਼ਨ ਨਹੀਂ ਹੋਊਗਾ। ਇੱਕ ਨਾ ਸ਼ਾਰਟ ਫਾਰਮ ਲਿਖਣੀ ਆ ਆਪਾਂ ਇਹਦੇ ਵਿੱਚ। ਜੇ ਮੰਨ ਲਓ ਆਪਾਂ ਇੱਥੇ ਕਹਿਤਾ, ਇੱਥੇ ਨਹੀਂ ਕਿਹਾ ਸੋਰੀ ਪਹਿਲਾਂ ਕਿਹਾ ਸੀਗਾ, ਇਹ ਨੋਟ ਪਾ ਲਿਓ ਕਿ f is function from A to B। ਇਹਦੀ ਸ਼ਾਰਟ ਫਾਰਮ ਹੁੰਦੀ ਹੈ, ਲਿਖਣ ਦਾ ਤਰੀਕਾ ਹੁੰਦਾ। ਇਹਨੂੰ ਲਿਖਣਾ ਆਪਾਂ ਨੇ f such that A to B। ਬੋਲਣਾ ਇਦਾਂ ਨਹੀਂ ਜਿਵੇਂ ਮੈਂ ਬੋਲਿਆ ਉਦਾਂ ਨਹੀਂ ਬੋਲਣਾ ਹੈਗਾ। ਇਦਾਂ ਨਹੀਂ ਕਹਿਣਾ ਕਿ f such that A tends to B, ਇਦਾਂ ਨਹੀਂ ਕਹਿਣਾ। ਬੋਲਣਾ ਆਪਾਂ ਇਦਾਂ ਕਿ f is a function from A to B। ਲਿਖਣਾ ਆਪਾਂ ਇਦਾਂ, ਬੋਲਣਾ ਆਪਾਂ ਇਹ ਹੈ ਕਿ f is a function from A to B। ਫੰਕਸ਼ਨ ਦੇ ਅੱਗੇ ਨਾਮ ਹੁੰਦੇ ਨੇ ਅਲੱਗ-ਅਲੱਗ। ਫੰਕਸ਼ਨ ਨੂੰ ਆਪਾਂ ਕਹਿ ਸਕਦੇ ਹਾਂ, ਮਤਲਬ ਇਹਨੂੰ ਕਹਿ ਸਕਦੇ ਹਾਂ ਕਿ f is a map from A to B। ਫੰਕਸ਼ਨ ਨੂੰ ਮੈਪ ਵੀ ਕਹਿ ਸਕਦੇ ਹਾਂ, ਮੈਪ। ਇੱਕ ਹੋਰ ਨਾਮ ਆ, ਮੈਪ ਕਹਿ ਲਵੋ ਜਾਂ ਕਹਿ ਲਵੋ ਮੈਪਿੰਗ, ਇਹ ਨਾਮ ਵੀ ਆ ਸਕਦਾ। f is a mapping from A to B, ਫੰਕਸ਼ਨ ਇੱਕੋ ਗੱਲ ਹੈਗੀ ਹੈ। ਜੇ ਇੱਕ ਨਾਮ ਹੋਰ ਆ ਸਕਦਾ ਹੈਗਾ ਜੀ ਟਰਾਂਸਫੋਰਮੇਸ਼ਨ। ਇਹ ਚਾਰੇ ਨਾਮ ਇੱਕੋ ਨੇ। f is a function from A to B, f is a map from A to B, f is a mapping from A to B, f is a transformation from A to B। ਇਹ ਗੱਲ ਸੇਮ ਹੀ ਹੈ। ਸੋ ਇਹ ਆਪਣਾ ਕਨਸੈਪਟ ਸੀਗਾ ਜਿਹੜਾ ਫੰਕਸ਼ਨ ਪ੍ਰੋਪਰ ਡਿਫਾਈਨ ਕਰਨਾ ਸੀ ਆਪਾਂ ਅੱਜ। ਤੇ ਨੈਕਸਟ ਟੌਪਿਕ 'ਚ ਆਪਾਂ 1 ਤੇ ਔਨ 2 ਕਰਨਾ, ਉਹ ਕਾਫੀ ਇੰਪੋਰਟੈਂਟ ਆ ਜੀ। ਤੇ ਉਹ ਨੈਕਸਟ ਟਾਈਮ ਫਿਰ ਆਪਾਂ ਨੈਕਸਟ ਲੈਕਚਰ ਵਿੱਚ ਕਰਾਂਗੇ ਜੀ। ਇਹਦੇ ਰਿਗਾਰਡਿੰਗ ਕੋਈ ਪ੍ਰੋਬਲਮ ਹੋਈ, ਤੁਹਾਡੀ ਕੁਐਰੀ ਹੋਈ ਤਾਂ ਪੁੱਛ ਲਿਓ ਜੀ, ਕਮੈਂਟ ਕਰ ਲਿਓ ਵੀਡੀਓ ਨੀਚੇ, ਜਾਂ ਜਿਹੜੇ WhatsApp ਗਰੁੱਪ ਬਣੇ ਹੋਏ ਨੇ ਉਹਦੇ 'ਤੇ ਸ਼ੇਅਰ ਕਰ ਲਓ। ਠੀਕ ਹੈ ਜੀ, ਥੈਂਕ ਯੂ।